ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਿਸਾਹੋ, ਨਿਹਚਲ ਚੌਰ ਛਤ। ਆਪ ਸੱਚਾ ਤਖਤ ਸੱਚਾ, ਮਹਿ ਸੱਚਾ ਕਰੇ ਨਿਆਉ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਪੰਜਵਾ। ਰੋਵਣ ਹਾਰੀ ਰੋਜ ਬਣਾਇਆ, ਬਲਨ ਬਰਤਨ ਕੋ ਸੰਬੰਧ ਚਿਤ ਆਇਆ। ਰੋਵਣ ਹਾਰੀ ਰੋਜ ਬਣਾਇਆ, ਬਲਨ ਬਰਤਨ ਕੋ ਸੰਬੰਧ ਚਿਤ ਆਇਆ। ਬੂਝ ਬੈਰਾਗ ਕਰੇ ਜੇ ਕੋਏ, ਜਨਮ ਮਰਨ ਫਿਰ ਸੋਗ ਨਾ ਹੋਏ। ਵਿਖਿਆ ਕਾ ਸਭ ਧੰਦ ਪਸਾਰ, ਵਿਰਲੇ ਕੀਨੋ ਨਾਮ ਆਧਾਰ। ਰਹਾਉ ਤ੍ਰਿਪਦ ਮਾਇਆ ਰਹੀ ਵਿਆਪ, ਜੋ ਲਪਟਾਨੋ ਤਿਸ ਦੁਖ ਸੰਤਾਪ। ਸੁਖ ਨਾਹੀ ਬਿਨ ਨਾਮ ਧਿਆਏ, ਨਾਮ ਨਿਧਾਨ ਬੜ ਭਾਗੀ ਪਾਏ। ਸਵਾਂਗੀ ਸਿਉ ਜੋ ਮਨ ਰੀਝਾਵੈ, ਸਵਾਗ ਉਤਾਰਿਐ ਫਿਰ ਪਛਤਾਵੈ। ਮੇਘ ਕੀ ਛਾਇਆ ਜੈਸੇ ਬਰਤਨ ਹਾਰ, ਤੈਸੋ ਪਰਪੰਚ ਮੋਹ ਵਿਕਾਰ। ਏਕ ਵਸਤਾ ਜੇ ਪਾਵੈ ਕੋਇ, ਪੂਰਨ ਕਾਜ ਤਾਹੀ ਕਾ ਹੋਏ। ਗੁਰ ਪ੍ਰਸਾਦ ਜਿਨ ਪਾਇਆ ਨਾਮ, ਨਾਨਕ ਆਇਆ ਸੋ ਪਰਵਾਨ। ਗੁਰ ਪ੍ਰਸਾਦ ਜਿਨ ਪਾਇਆ ਨਾਮ, ਨਾਨਕ ਆਇਆ ਸੋ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਭਗਤ ਪਾਵਨ ਭਗਤ ਵਸ਼ਲ ਅੰਤਰਜਾਮੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਮਹਾਨ ਪਾਵਣੇ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਵੇਲ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਸਾਧ ਸੰਗਤ ਜੀ ਦੂਸਰੇ ਪਾਤਸ਼ਾਹ ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹੀਓ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ 484 ਸਾਲਾ
ਗੁਰਿਆਈ ਗੁਰਪੁਰਬ ਹੈ। ਅੱਜ ਤੋਂ 484 ਸਾਲ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਜਗਤ ਗੁਰੂ ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਿਕਰਮੀ ਸੰਮਤ 1596 ਈਸਵੀ ਸਨ 1539 ਨੂੰ ਆਪਣੇ ਪਰਮ ਸੇਵਕ ਸ੍ਰੀ ਲਹਿਣਾ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ ਕੇ ਆਪਣੇ ਅੰਗਾਂ ਨਾਲ ਲਾ ਕੇ ਦੂਜੇ ਪਾਤਸ਼ਾਹ ਬਣਾਇਆ। ਆਪਣੀ ਜੋਤ ਬਾਬਾ ਲਹਿਣਾ ਜੀ ਦੇ ਵਿੱਚ ਸੁਭਾਏਮਾਨ ਕਰਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬਣਾਇਆ। ਤੋ ਅੱਜ ਦੇ ਦਿਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਦੇ ਤਖਤ ਤੇ ਸੋਭਲੀਕ ਹੋਏ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ 484ਵਾਂ ਗੁਰਿਆਈ ਪੁਰਬ ਹੈ। ਸਰਬੱਤ ਗੁਰੂ ਦੀਆਂ ਸੰਗਤਾਂ ਨੂੰ, ਗੁਰੂ ਕੇ ਖਾਲਸੇ ਪੰਥ ਨੂੰ ਸਤਿਗੁਰੂ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣਗੀਆਂ। ਮਹਾਰਾਜ ਸਾਹਿਬ ਜੀ ਦਾ ਗੁਰਿਆਈ ਪੁਰਬ ਜਿੱਥੇ ਅੱਜ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ, ਉੱਥੇ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਉਸ ਪਾਵਨ ਧਰਤੀ ਤੇ ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਦੀ ਸ਼ੋਅ ਬਖਸ਼ ਕਰਕੇ ਪਾਵਨ ਕੀਤਾ। ਭਾਵੇਂ ਉਹ ਨਗਰੀ ਪਹਿਲਾਂ ਵੀ ਵਸਦੀ ਸੀ, ਪਰ ਜਦੋਂ ਬਾਬਾ ਲਹਿਣਾ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਕਰਕੇ ਮਹਾਰਾਜ 1596 ਵਿਕਰਮੀ ਸੰਮਤ 1539 ਈਸਵੀ ਸਨ ਨੂੰ ਗੁਰਤਾ ਗੱਦੀ ਦੇ ਮਾਲਕ ਬਣ ਕੇ ਖਡੂਰ ਨਗਰ ਦੇ ਵਿੱਚ ਆਏ ਤੇ ਫਿਰ ਖਡੂਰ ਸ੍ਰੀ ਖਡੂਰ ਸਾਹਿਬ ਬਣ ਗਿਆ। ਫੇਰ ਵਸਾਇਆ ਫੇਰਵਾਨ ਸਤਿਗੁਰ ਖਾਡੂਰ। ਤੋ ਗਰੀਬ ਨਵਾਜ ਸਾਹਿਬ ਜੀ ਨੇ ਖਡੂਰ ਸਾਹਿਬ ਦੀ ਪਾਵਨ ਨਗਰੀ ਨੂੰ ਵਸਾਇਆ, ਆਪਣੇ ਚਰਨਾਂ ਦੀ ਪਾਵਨ ਸ਼ੋਅ ਬਖਸ਼ਿਸ਼ ਕੀਤੀ, ਜਿਸ ਦੇ ਜਰੇ ਜਰੇ ਨੂੰ ਕੋਨੇ ਕੋਨੇ ਨੂੰ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਕੀਤਾ ਹੈ। ਅੱਜ ਵਿਸ਼ੇਸ਼ ਕਰਕੇ ਸ੍ਰੀ ਖਡੂਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਗੁਰੂ ਕਾ ਪੰਥ ਸ਼ਰਧਾ ਭਾਵਨਾ ਸਹਿਤ ਮਨਾ ਰਿਹਾ। ਮਹਾਰਾਜ ਸਾਹਿਬ ਜੀ ਦੇ ਪਾਵਨੀ ਅਸਥਾਨ ਹਨ ਗੁਰਦੁਆਰਾ ਦਪਿਆਣਾ ਸਾਹਿਬ, ਮੱਲ ਅਖਾੜਾ ਸਾਹਿਬ, ਸ੍ਰੀ ਅੰਗੀਠਾ ਸਾਹਿਬ, ਇਸੇ ਤਰ੍ਹਾਂ ਮਾਈ ਭਰਾਈ ਜੀ ਦਾ ਸਥਾਨ ਹੈ। ਤੋ ਇਹਨਾਂ ਸਾਰੇ ਅਸਥਾਨਾਂ ਤੇ ਸਾਧ ਸੰਗਤ ਜੀ ਅੱਜ ਅੰਮ੍ਰਿਤ ਬਾਣੀ ਦੇ ਅਖੰਡ ਪਾਠ ਸਾਹਿਬਾਂ ਦੇ ਭੋਗ ਸੰਪੂਰਨ ਹੋ ਰਹੇ ਹਨ ਔਰ ਵਿਸ਼ੇਸ਼ ਕਰਕੇ ਸ੍ਰੀ ਅੰਗੀਠਾ ਸਾਹਿਬ ਜੀ ਵਿਖੇ ਸਮਾਗਮ ਹੋ ਰਹੇ ਹਨ, ਦੀਵਾਨ ਸਜ ਰਹੇ ਹਨ। ਕੱਲ ਵੀ ਦੀਵਾਨ ਸਜੇ ਸੀ, ਕੱਲ ਸਾਧ ਸੰਗਤ ਜੀ ਕਵੀਸ਼ਰੀ ਦਰਬਾਰ ਸੀ। ਅੱਜ ਜਿੱਥੇ ਕਥਾ ਕੀਰਤਨ ਦਾ ਪ੍ਰਵਾਹ ਵੀ ਚੱਲੇਗਾ, ਉੱਥੇ ਢਾਡੀ ਦਰਬਾਰ ਵੀ ਹੋਵੇਗਾ ਉਸ ਪਾਵਨ ਪਵਿੱਤਰ ਸਥਾਨ ਤੇ ਹੋਰ ਵੀ ਸਭ ਸੰਪਰਦਾਵਾਂ, ਟਕਸਾਲਾਂ ਔਰ ਨਿਹੰਗ ਸਿੰਘ ਜਥੇਬੰਦੀਆਂ ਸਾਰੇ ਸਾਧ ਸੰਗਤ ਜੀ ਖਡੂਰ ਸਾਹਿਬ ਪਹੁੰਚੇ ਹੋਏ ਹਨ। ਗੁਰੂ ਕਾ ਖਾਲਸਾ ਪੰਥ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਪੁਰਬ ਮਨਾਉਣ ਵਾਸਤੇ। ਤੋ ਗਰੀਬ ਨਵਾਜ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨੀ ਇਤਿਹਾਸ ਵਿੱਚੋਂ ਕੁਝ ਵਿਚਾਰ ਆਪਾਂ ਨਾਲ ਸਾਂਝੀ ਕਰਾਂਗੇ, ਜਿੱਥੇ ਲੜੀਵਾਰ ਰੂਪ ਦੇ ਵਿੱਚ ਆਪਾਂ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਨੀ ਹੈ। ਤੋ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਦੇ ਵਿੱਚ ਸਾਧ ਸੰਗਤ ਜੀ ਸੋ ਇਹ ਵਚਨ ਕਹੇ ਹਨ, ਥਾਪਿਆ ਲਹਿਣਾ ਜੀਵ ਦੇ ਗੁਰਿਆਈ ਸਿਰ ਛਤਰ ਫਿਰਾਇਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦਾ ਤਖਤ ਬਖਸ਼ਿਆ, ਜਿਨ੍ਹਾਂ ਦਾ ਪਹਿਲਾ ਨਾਮ ਹੈ ਬਾਬਾ ਲਹਿਣਾ ਜੀ। ਆਪ ਜੀ ਦਾ ਸਾਧ ਸੰਗਤ ਜੀ ਪ੍ਰਕਾਸ਼ ਮਾਲਵੇ ਦੀ ਧਰਤੀ ਤੇ ਹੋਇਆ ਔਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਹੀ ਆਪ ਜੀ ਦਾ ਆਗਮਨ ਹੋਇਆ। ਲੰਮਾ ਇਤਿਹਾਸ ਹੈ। ਮਹਾਰਾਜ ਸਾਹਿਬ ਜੀ ਉਧਰਲੇ ਇਲਾਕੇ ਵਿੱਚ ਗਏ ਸਨ ਤੇ ਆਪ ਜੀ ਦੇ ਪਿਤਾ ਬਾਬਾ ਫੇਰੂਮਲ ਜੀ ਤੇ ਮਾਤਾ ਦਇਆ ਕੌਰ ਜੀ, ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਸਨ, ਮੱਥਾ ਟੇਕਿਆ, ਨਮਸਕਾਰ ਕੀਤੀ। ਮੱਤੇ ਦੀ ਸਰਾਂ ਨਗਰ ਦੇ ਬਾਰ-ਬਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸਥਾਨ ਬਣਿਆ ਹੈ, ਜਿੱਥੇ ਸਤਿਗੁਰੂ ਜੀ ਜਾ ਕੇ ਚਰਨ ਪਾਏ ਸਨ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਸੰਤਾਨ ਦੀ ਦਾਤ ਬਖਸ਼ਿਸ਼ ਕਰੋ, ਪੁੱਤਰ ਦੀ ਦਾਤ ਬਖਸ਼ੋ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਚਨ ਕੀਤਾ ਕਿ ਤੁਹਾਡੇ ਘਰ ਵਿੱਚ ਪੁੱਤਰ ਹੋਵੇਗਾ ਜੋ ਸਾਡੇ ਇਹ ਗੁਰਤਾ ਗੱਦੀ ਦਾ ਮਾਲਕ ਬਣੇਗਾ। ਇਹ ਬਚਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕੀਤੇ ਸਨ। ਸਮੇਂ ਦੇ ਨਾਲ ਬਿਕਰਮੀ ਸੰਮਤ 1561 ਨੂੰ ਬਾਬਾ ਫੇਰੂਮਲ ਜੀ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਮਾਲਵੇ ਦੀ ਧਰਤੀ ਤੇ ਮੱਤੇ ਦੀ ਸਰਾਂ, ਜਿਹਨੂੰ ਸਰਾਏ ਨਾਂਗਾ ਵੀ ਕਿਹਾ ਜਾਂਦਾ ਹੈ, ਤੋ ਉਸ ਨਗਰ ਦੇ ਵਿੱਚ ਆਪ ਜੀ ਦਾ ਆਗਮਨ ਹੋਇਆ। ਮਾਤਾ ਪਿਤਾ ਨੇ ਨਾਮ ਲਹਿਣਾ ਰੱਖਿਆ। ਸਮੇਂ ਦੇ ਨਾਲ ਸਾਧ ਸੰਗਤ ਜੀ ਉਹ ਨਗਰ ਬਲੋਚਾਂ ਦੀ ਧਾੜ, ਡਾਕੂਆਂ ਨੇ ਉੱਥੇ ਲੁੱਟ ਮਚਾਈ ਤੇ ਉਜੜਿਆ। ਫਿਰ ਉੱਥੋਂ ਉੱਠ ਕੇ ਆਪ ਜੀ ਹਰੀਕੇ ਨਗਰ ਵਿੱਚ ਪਰਿਵਾਰ ਸਮੇਤ ਕੋਈ ਸਮਾਂ ਵਸੇ। ਉੱਥੋਂ ਫਿਰ ਆ ਕੇ ਖਡੂਰ ਸਾਹਿਬ ਨਗਰ ਦੇ ਵਿੱਚ ਵਸੇ ਔਰ ਇੱਥੇ ਰਹਿੰਦਿਆਂ ਹੋਇਆਂ ਆਪ ਜੀ ਨੇ ਕੋਈ ਸਮਾਂ ਦੁਕਾਨ ਵੀ ਕੀਤੀ ਹੈ ਬਾਬਾ ਲਹਿਣਾ ਜੀ ਨੇ। ਔਰ ਇੱਥੇ ਰਹਿੰਦਿਆਂ ਹੋਇਆਂ ਹੀ ਆਪ ਜੀ ਦਾ ਵਿਆਹ ਆਨੰਦ ਕਾਰਜ ਬਾਬਾ ਦੇਵੀ ਦਾਸ ਜੀ, ਉਹਨਾਂ ਦੇ ਸੁਪੁੱਤਰੀ ਮਾਤਾ ਖੀਵੀ ਜੀ ਦੇ ਨਾਲ ਖਡੂਰ ਸਾਹਿਬ ਦੇ ਪਾਸ ਹੀ ਨੇੜੇ ਹੀ ਪੈਂਦੇ ਪਿੰਡ ਸੰਗਰ ਪਿੰਡ ਦੇ ਵਿੱਚ ਹੋਇਆ। ਸੋ 1576 ਦੇ ਵਿੱਚ ਆਪ ਜੀ ਦਾ ਆਨੰਦ ਕਾਰਜ ਹੋਇਆ ਮਾਤਾ ਖੀਵੀ ਜੀ ਦੇ ਨਾਲ ਬਾਬਾ ਲਹਿਣਾ ਜੀ ਦਾ। ਖਡੂਰ ਸਾਹਿਬ ਨਗਰ ਦੇ ਵਿੱਚ ਆਪ ਜੀ ਰਹਿੰਦੇ ਹਨ ਔਰ ਇੱਥੇ ਰਹਿੰਦਿਆਂ ਹੋਏ ਹੀ ਫਿਰ ਆਪ ਜੀ ਦੇ ਘਰ ਦੇ ਵਿੱਚ ਦੋ ਸਾਹਿਬਜ਼ਾਦੇ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਦੋ ਸਪੁੱਤਰੀਆਂ ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ, ਇਹ ਪ੍ਰਗਟ ਹੋਏ ਸਾਧ ਸੰਗਤ ਜੀ। ਔਰ ਸਮੇਂ ਦੇ ਨਾਲ ਫਿਰ ਜਦੋਂ ਆਪ ਜੀ ਦੀ 28 ਸਾਲ ਦੀ ਸਰੀਰ ਕਾਰਬਲਾ ਹੋਈ ਤਾਂ 1599 ਬਿਕਰਮੀ ਸੰਮਤ ਨੂੰ ਜਦੋਂ ਆਪ ਜੀ ਦੇ ਪਿਤਾ ਜੀ ਚੜ੍ਹਾਈ ਕਰ ਜਾਂਦੇ ਹਨ, ਉਹ ਦੇਵੀ ਦਾ ਸੰਗ ਲੈ ਕੇ ਜਾਇਆ ਕਰਦੇ ਸਨ। ਉਹਨਾਂ ਦੇ ਚੜ੍ਹਾਈ ਕਰਨ ਤੋਂ ਉਹ ਦੇਵੀ ਦੇ ਸੇਵਕਾਂ ਨੇ ਆਪ ਜੀ ਨੂੰ ਆਪਣਾ ਆਗੂ ਚੁਣਿਆ ਤੇ ਕਹਿਣ ਲੱਗੇ ਕਿ ਸ੍ਰੀ ਲਹਿਣਾ ਜੀ, ਅੱਗੇ ਆਪ ਜੀ ਦੇ ਪਿਤਾ ਜੀ ਜਾਂਦੇ ਹੁੰਦੇ ਸੀ, ਉਹਨਾਂ ਦੀ ਥਾਂ ਤੇ ਹੁਣ ਤੁਸੀਂ ਸਾਡੇ ਨਾਲ ਚੱਲੋ। ਔਰ ਪਹਿਲੀ ਵਾਰੀ ਆਪ ਚੱਲੇ, ਇਸ ਤੋਂ ਪਹਿਲਾਂ ਨਹੀਂ ਸੀ ਕਦੀ ਗਏ। ਪਹਿਲੀ ਵਾਰੀ ਚੱਲੇ ਤੇ ਉਦੋਂ ਹੀ ਫਿਰ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਿਲਾਪ ਹੋਣਾ, ਕਿਉਂਕਿ ਆਪ ਜੀ ਨੇ ਹੈ ਤਾਂ ਸਾਰਾ ਕੁਝ ਪੂਰਬਲਾ ਹੀ ਸੀ। ਸਾਧ ਸੰਗਤ ਜੀ, ਦਿਚੈ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ, ਹੈ ਤਾਂ ਸਾਰਾ ਮਿਲਾਪ ਇਹ ਧੁਰਦਰਗਾਹੋਂ ਹੀ ਲਿਖਿਆ ਹੋਇਆ। ਤਾਂ ਮਹਾਰਾਜ ਸਾਹਿਬ ਜੀ ਘੋੜੀ ਤੇ ਅਸਵਾਰ ਹੋ ਕਰਕੇ ਦੇਵੀ ਭਗਤਾਂ ਦੇ ਆਗੂ ਬਣ ਕੇ ਪਹਿਲੀ ਵਾਰੀ ਉਹਨਾਂ ਨੂੰ ਜਵਾਲਾ ਜੀ ਲੈ ਕੇ ਚੱਲੇ ਹਨ। ਤੇ ਆਪ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਭਾਈ ਜੋਧ ਜੀ, ਜੋ ਖਡੂਰ ਸਾਹਿਬ ਦੇ ਰਹਿਣ ਵਾਲੇ ਸਨ, ਉਹਨਾਂ ਤੋਂ ਸੁਣੀ। ਪੁੱਛਿਆ ਕਿਹਨਾਂ ਦੀ ਬਾਣੀ? ਉਹਨਾਂ ਦੱਸਿਆ ਜੀ ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ। ਆਖਿਆ ਉਹ ਸਤਿਗੁਰੂ ਕਿੱਥੇ ਰਹਿੰਦੇ ਆ? ਤੇ ਭਾਈ ਜੋਧ ਜੀ ਨੇ ਦੱਸਿਆ ਕਿ ਸਤਿਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਰਹਿੰਦੇ ਹਨ, ਰਾਵੀ ਦਰਿਆ ਦੇ ਕੰਢੇ ਤੇ। ਤਾਂ ਸੰਗੀਆਂ ਨੂੰ ਆਖਿਆ ਕਿ ਆਪਾਂ ਸ੍ਰੀ ਕਰਤਾਰਪੁਰ ਸਾਹਿਬ ਥਾਣੀ ਜਾਵਾਂਗੇ। ਬਾਕੀ ਸਾਰੇ ਸੰਗੀ ਸਾਥੀ ਪੈਦਲ ਵਾ, ਆਪ ਜੀ ਘੋੜੀ ਤੇ ਸਵਾਰ। ਜਿਸ ਵੇਲੇ ਸ੍ਰੀ ਖਡੂਰ ਸਾਹਿਬ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਨਗਰ ਦੇ ਬਾਹਰ-ਬਾਹਰ ਪਹੁੰਚੇ, ਅਗਲੇ ਪਾਸਿਓਂ ਧਰਮਸ਼ਾਲਾ ਦੇ ਵਿੱਚੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉੱਠ ਕੇ ਅਗਲਵਾਂਡੀ ਹੋ ਕੇ ਨਗਰ ਤੋਂ ਬਾਹਰ-ਬਾਹਰ ਆ ਗਏ। 63 ਸਾਲ ਦੀ ਸਰੀਰ ਕਾਰਬਲਾਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਇਹ 1599 ਬਿਕਰਮੀ ਸੰਮਤ ਦੀ ਗੱਲ ਹੈ। ਬਾਬਾ ਲਹਿਣਾ ਜੀ ਦੀ 28 ਸਾਲ ਦੀ ਸਰੀਰ ਕਾਰਬਲਾ, ਘੋੜੀ ਤੇ ਅਸਵਾਰ ਸੰਗੀ ਸਾਥੀ ਨਾਲ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਹੋਏ। ਪਹਿਲੀ ਵਾਰੀ ਗੁਰੂ ਸਾਹਿਬ ਜੀ ਨੂੰ ਮਿਲੇ, ਨਹੀਂ ਸੀ ਪਹਿਲਾਂ ਕਦੀ ਮਿਲੇ। ਔਰ ਮਹਾਰਾਜ ਸਾਹਿਬ ਜੀ ਨੂੰ ਵੀ ਪੁੱਛਣ ਲੱਗੇ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਘਰ ਕਿੱਥੇ ਕ ਹੈ, ਮਹਾਰਾਜ ਦੀ ਧਰਮਸ਼ਾਲਾ ਕਿੱਥੇ ਹੈ? ਜਿਨ੍ਹਾਂ ਨੂੰ ਪੁੱਛ ਰਹੇ ਆ ਉਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਹਨ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਪੁਰਖਾ ਆ ਤੈਨੂੰ ਮੈਂ ਧਰਮਸ਼ਾਲਾ ਲੈ ਚੱਲਦਾ ਹਾਂ। ਘੋੜੀ ਦੀਆਂ ਵਾਗਾਂ ਮਹਾਰਾਜ ਨੇ ਫੜ ਲਈਆਂ, ਅੱਗੇ ਅੱਗੇ ਤੁਰੇ ਗਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ। ਬਾਬਾ ਲਹਿਣਾ ਜੀ ਪਿੱਛੇ ਪਿੱਛੇ ਘੋੜੀ ਤੇ ਸਵਾਰ ਧਰਮਸ਼ਾਲਾ ਲਿਜਾ ਕੇ ਕਹਿਣ ਲੱਗੇ, ਉਹ ਉੱਥੇ ਸਾਹਮਣੇ ਘੋੜੀ ਨੂੰ ਬੰਨ੍ਹ ਦੇ। ਔਰ ਖੂਹ ਤੋਂ ਜਲ ਵਰਤ ਕੇ ਤੇ ਵੱਡੇ ਦਰਵਾਜ਼ੇ ਸਾਣੀ ਅੰਦਰ ਜਾ ਕੇ ਧਰਮਸ਼ਾਲਾ ਦੇ ਦਰਸ਼ਨ ਕਰ ਲਾ।
ਜਿਸ ਵੇਲੇ ਉੱਥੇ ਘੋੜੀ ਬੰਨੀ, ਖੂਹ ਤੋਂ ਜਲ ਵਰਤਿਆ, 5 ਇਸ਼ਨਾਨਾ ਕੀਤਾ, ਤਾਂ ਮਹਾਰਾਜ ਸਾਹਿਬ ਜੀ ਧਰਮਸ਼ਾਲਾ ਦੇ ਛੋਟੇ ਦਰਵਾਜ਼ੇ ਥਾਣੀ ਅੰਦਰ ਆ ਕਰਕੇ ਤੇ ਆਪਣੇ ਆਸਣ ਤੇ ਚੌਂਕੜਾ ਲਾ ਕੇ ਬੈਠ ਗਏ। ਬਾਬਾ ਲਹਿਣਾ ਜੀ ਜਲ ਵਰਤੇ ਜਦੋਂ ਵੱਡੇ ਦਰਵਾਜ਼ੇ ਥਾਣੀ ਅੰਦਰ ਆਏ, ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਵੇਖ ਕੇ ਅਸਚਰਜ ਹੋ ਗਏ, ਹੈਰਾਨ ਹੋ ਗਏ, ਭੈ ਭੀਤ ਹੋ ਗਏ, ਡਰਦੇ ਸਹਿਤ ਹੋ ਗਏ ਤੇ ਹੱਥ ਜੋੜ ਕੇ ਖਿਮਾ ਮੰਗਣ ਲੱਗੇ, ਮਹਾਰਾਜ ਸਤਿਗੁਰੂ ਜੀ ਮੈਨੂੰ ਮਾਫੀ ਦੇ ਦਿਓ। ਮਹਾਰਾਜ ਕਹਿੰਦੇ ਕਿਹੜੀ ਗੱਲ ਦੀ? ਜੀ ਮੈਨੂੰ ਪਤਾ ਨਹੀਂ ਸੀ, ਮੈਂ ਆਪ ਜੀ ਦੇ ਪਹਿਲੀ ਵਾਰੀ ਦਰਸ਼ਨ ਕੀਤੇ, ਜੇ ਪਤਾ ਹੁੰਦਾ ਆਪ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹੋ ਤੇ ਜਿੱਥੇ ਆਪ ਜੀ ਦੇ ਦਰਸ਼ਨ ਕੀਤੇ ਉੱਥੋਂ ਹੀ ਘੋੜੀ ਤੋਂ ਹੇਠਾਂ ਉਤਰ ਕੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ, ਮੱਥਾ ਟੇਕਦਾ। ਮੇਰੇ ਤੋਂ ਭੁੱਲ ਹੋ ਗਈ ਹੈ, ਮੈਂ ਘੋੜੀ ਤੇ ਬੈਠ ਕੇ ਆਇਆ ਹਾਂ, ਤੁਸੀਂ ਮਹਾਰਾਜ ਮੇਰੀ ਘੋੜੀ ਦੀਆਂ ਵਾਗਾਂ ਫੜ ਕੇ ਅੱਗੇ ਅੱਗੇ ਤੁਰ ਕੇ ਆਏ ਹੋ। ਮਹਾਰਾਜ ਕਹਿਣ ਲੱਗੇ ਪੁਰਖਾ ਕਿੱਥੋਂ ਆਇਆ ਹੈ? ਮਹਾਰਾਜ ਖਡੂਰ ਨਗਰ ਤੋਂ ਆਇਆ। ਉਦੋਂ ਖਡੂਰ ਸਾਹਿਬ ਨਹੀਂ ਸੀ ਕਹਿੰਦੇ, ਇਕੱਲਾ ਖਡੂਰ ਹੀ ਕਹਿੰਦੇ ਸੀ। ਮਹਾਰਾਜ ਖਡੂਰ ਤੋਂ ਆਇਆ। ਪੁਰਖਾ ਤੇਰਾ ਨਾਂ ਕੀ ਹੈ? ਮਹਾਰਾਜ ਮੇਰਾ ਨਾਂ ਲਹਿਣਾ ਹੈ। ਤੇ ਕਹਿਣ ਲੱਗੇ ਕੋਈ ਗਲਤੀ ਨਹੀਂ ਹੋਈ ਹੈ, ਕੋਈ ਭੁੱਲ ਨਹੀਂ ਹੋਈ ਹੈ, ਲਹਿਣੇਦਾਰ ਘੋੜੀਆਂ ਤੇ ਹੀ ਆਉਂਦੇ ਹੁੰਦੇ, ਤੂੰ ਲੈਣਾ ਹੈ ਅਸੀਂ ਦੇਣਾ ਹੈ। ਇਹ ਪਹਿਲੇ ਮਿਲਾਪ ਵਿੱਚ ਪਹਿਲਾ ਬਚਨ ਸੀ, ਤੂੰ ਲੈਣਾ ਹੈ ਅਸੀਂ ਦੇਣਾ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਐਸੇ ਬਚਨ ਕਰਨੇ, ਆਪ ਜੀ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਨੀ, ਸੰਗੀਆਂ ਸਾਥੀਆਂ ਨੂੰ ਕਹਿ ਦਿੱਤਾ ਵੀ ਮੈਂ ਤਾਂ ਹੁਣ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ ਹਾਂ, ਹੁਣ ਅੱਗੇ ਕਿਤੇ ਦੇਵੀ ਦੇ ਨਹੀਂ ਮੈਂ ਜਾਣਾ ਹੈ, ਤੁਸੀਂ ਭਾਈ ਜਾਣਾ ਹੈ ਤੇ ਅੱਗੇ ਜਾਓ ਤੇ ਫਿਰ ਵਾਪਸ ਇੱਥੇ ਆ ਜਾਓ। ਉਹ ਜਾ ਕੇ ਅੱਗੇ ਤੇ ਯਾਤਰਾ ਕਰਕੇ ਫਿਰ ਵਾਪਸ ਕਰਤਾਰਪੁਰ ਸਾਹਿਬ ਆਏ। ਇੱਥੇ ਆ ਕੇ ਰਾਤ ਰਹੇ ਸੰਗੀ ਸਾਥੀ। ਜਦੋਂ ਰਾਤ ਰਹੇ ਨਾ ਤੇ ਅੰਮ੍ਰਿਤ ਵੇਲੇ ਉਹਨਾਂ ਨੂੰ ਵੀ ਸਾਰਿਆਂ ਨੂੰ ਉਠਾਇਆ, ਉਹ ਉੱਠੇ, ਇਸ਼ਨਾਨ ਕੀਤਾ। ਇੱਧਰ ਧਰਮਸ਼ਾਲਾ ਵਿੱਚ ਕੀਰਤਨ ਹੋ ਰਿਹਾ ਹੈ, ਬਾਰ-ਬਾਰ ਵਿਹੜੇ ਦੇ ਵਿੱਚ, ਵੱਡਾ ਵਿਹੜਾ ਹੈ ਧਰਮਸ਼ਾਲਾ ਦਾ, ਖੁੱਲਾ ਵਿਹੜਾ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਘਰ ਦਾ। ਇੱਕ ਲਾਲ ਬਸਤਰਾਂ ਵਾਲੀ ਮਾਈ ਝਾੜੂ ਫੇਰਦੀ ਪਈ। ਬਾਬਾ ਲਹਿਣਾ ਜੀ ਪਾਸ ਜਾਂਦੇ ਉਸ ਮਾਈ ਦੇ, ਪੁੱਛਦੇ ਮਾਤਾ ਤੁਸੀਂ ਵੇਲੇ ਨਾਲ ਹੀ ਝਾੜੂ ਫੇਰ ਰਹੇ ਹੋ, ਕੌਣ ਹੋ? ਉਹ ਮਾਈ ਕਹਿੰਦੀ ਹੈ ਮੈਂ ਜਵਾਲਾ ਜੀ ਹਾਂ, ਉਹੀ ਦੇਵੀ ਆ ਜਿੱਥੇ ਆ ਸੰਗ ਜਾ ਕੇ ਆਇਆ। ਆਖਿਆ ਫਿਰ ਤੁਸੀਂ ਇੱਥੇ ਝਾੜੂ ਫੇਰਦੇ ਹੋ? ਕਹਿੰਦੀ ਮੈਂ ਇਕੱਲੀ ਨਹੀਂ, ਮੇਰੇ ਵਰਗੀਆਂ ਕਈ ਦੇਵੀਆਂ ਇੱਥੇ ਝਾੜੂ ਫੇਰਦੀਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ। ਇੱਥੇ ਸਭ ਦੇਵਤੇ ਤੇ ਸਭ ਦੇਵੀਆਂ ਨਮਸਕਾਰਾਂ ਕਰਦੀਆਂ ਤੇ ਝਾੜੂ ਫੇਰਦੀਆਂ। ਸੰਗੀਆਂ ਸਾਥੀਆਂ ਨੂੰ ਵਿਖਾ ਦਿੱਤਾ ਜਿੱਥੇ ਤੁਸੀਂ ਜਾ ਕੇ ਆਏ ਹੋ ਉਹ ਦੇਵੀ ਤੇ ਇੱਥੇ ਝਾੜੂ ਫੇਰਦੀ ਪਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ। ਤੇ ਉਹਨਾਂ ਆਖਿਆ ਜੀ ਆਪਣੀ ਦੇਵੀ ਇੱਥੇ ਝਾੜੂ ਫੇਰਦੀ ਪਈ ਤੇ ਆਪਾਂ ਫਿਰ ਪਹਾੜਾਂ 'ਚ ਕਿੱਧਰ ਜਾਣਾ ਹੈ, ਆਪਾਂ ਵੀ ਹੁਣ ਇੱਥੇ ਹੀ ਰਵਾਂਗੇ। ਮਹਾਰਾਜ ਸਾਹਿਬ ਜੀ ਦੀ ਸਿੱਖੀ ਪ੍ਰਾਪਤ ਕਰ ਲਈ ਸਾਰੇ ਸੰਗੀਆਂ ਸਾਥੀਆਂ ਨੇ। ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਤੇ ਭੱਟਾਂ ਨੇ ਵੀ ਸਵਈਆਂ 'ਚ ਜ਼ਿਕਰ ਕੀਤਾ, ਸਭ ਦੇਵੀ ਦੇਵਤੇ ਮਹਾਰਾਜ ਦਾ ਜਸ ਗਾਉਂਦੇ ਤੇ ਨਮਸਕਾਰਾਂ ਕਰਦੇ। ਇੱਕ ਮਨ ਪੁਰਖ ਧਿਆਏ ਪਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦ, ਕੇ ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ, ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਸਤਿਗੁਰੂ ਨਾਨਕ ਦੇਵ ਦੇਵ ਦੇਵੀ ਸਭ ਧਿਆਵੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਭ ਦੇਵੀਆਂ ਸਭ ਦੇਵਤੇ ਧਿਆਉਂਦੇ, ਕਿਉਂਕਿ ਮਹਾਰਾਜ ਸਾਹਿਬ ਜੀ ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਤੁਮਰੀ ਮਹਿਮਾ ਅਪਰਿਅਪਾਰਾ, ਜਾ ਕਾ ਲਹਿਓ ਨਾ ਕਿਨਹੂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ, ਦੀਨ ਦਇਆਲ ਗਰੀਬ ਨਿਵਾਜਾ। ਤੋ ਸਾਧ ਸੰਗਤ ਜੀ, ਸੰਗੀ ਸਾਥੀ ਵੀ ਸਾਰੇ ਮਹਾਰਾਜ ਦੀ ਸਿੱਖੀ ਪ੍ਰਾਪਤ ਉਹਨਾਂ ਨੇ ਕੀਤੀ। ਤੋ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਫਿਰ 7 ਸਾਲ ਮਹਾਰਾਜ ਦੇ ਚਰਨਾਂ ਵਿੱਚ ਰਹੇ। 1599 ਬਿਕਰਮੀ ਸੰਮਤ ਤੋਂ ਲੈ ਕੇ 1596 ਬਿਕਰਮੀ ਸੰਮਤ ਤੱਕ। ਤੇ ਮਹਾਰਾਜ ਸਾਹਿਬ ਜੀ ਜਦੋਂ ਆਗਿਆ ਦਿੰਦੇ ਵੀ ਪੁਰਖਾ ਜਾਓ ਆਪਣੇ ਪਰਿਵਾਰ ਨੂੰ ਮਿਲ ਆਓ, ਫਿਰ ਉੱਥੋਂ ਆਉਣਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸ੍ਰੀ ਖਡੂਰ ਸਾਹਿਬ ਦੇ ਵਿੱਚ
ਆਪਣੇ ਮਹਿਲ ਮਾਤਾ ਖੀਵੀ ਜੀ ਨੂੰ, ਆਪਣੇ ਪੁੱਤਰਾਂ ਨੂੰ, ਆਪਣੀਆਂ ਧੀਆਂ ਨੂੰ ਮਿਲ ਕੇ ਜਾਣਾ। ਤਾਂ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਦੇ ਛੋਟੇ ਸੁਪੁੱਤਰੀ ਬੀਬੀ ਅਨੋਖੀ ਜੀ, ਉਹ ਤਾਂ ਬਚਪਨ ਦੇ ਵਿੱਚ ਹੀ ਚੜ੍ਹਾਈ ਕਰ ਗਏ ਸਨ। ਬੀਬੀ ਅਮਰੋ ਜੀ ਮਹਾਰਾਜ ਸਾਹਿਬ ਦੇ ਸੁਪੁੱਤਰੀ, ਉਹ ਬਾਸਰਕੇ ਨਗਰ ਤੀਜੇ ਪਾਤਸ਼ਾਹ ਦੇ ਭਤੀਜੇ ਦੇ ਨਾਲ ਵਿਆਹੇ ਹੋਏ ਸਨ। ਭਾਵੇਂ ਤੀਸਰੇ ਪਾਤਸ਼ਾਹ ਦਾ ਮਿਲਾਪ ਮਹਾਰਾਜ ਦੇ ਨਾਲ ਬਾਅਦ ਵਿੱਚ ਹੁੰਦਾ ਹੈ, ਬੀਬੀ ਅਮਰੋ ਜੀ ਦਾ ਆਨੰਦ ਕਾਰਜ ਪਹਿਲਾਂ ਹੁੰਦਾ। ਤੋ ਇਸ ਪ੍ਰਕਾਰ ਦੇ ਨਾਲ ਫਿਰ ਆਪ ਜੀ ਇੱਕ ਵਾਰੀ ਖਡੂਰ ਸਾਹਿਬ ਦੇ ਵਿੱਚੋਂ ਆਪਣੇ ਘਰੋਂ, ਮਹਾਰਾਜ ਪਹਿਲਾਂ ਦੁਕਾਨ ਚਲਾਇਆ ਕਰਦੇ ਸੀ ਨਾ, ਹੱਟੀ ਕਰਿਆ ਕਰਦੇ ਸਨ। ਇੱਕ ਵੱਡੀ ਭਾਰੀ ਪੰਡ ਜਿਹੜੀ ਹੈ ਲੂਣ ਦੀ ਮਹਾਰਾਜ ਸਾਹਿਬ ਜੀ ਆਪਣੇ ਸੀਸ ਤੇ ਚੁੱਕ ਕਰਕੇ ਤੇ ਸ੍ਰੀ ਕਰਤਾਰਪੁਰ ਸਾਹਿਬ ਲੈ ਕੇ ਗਏ। ਮਾਤਾ ਸੁਲੱਖਣੀ ਜੀ ਦੇ ਦਰਸ਼ਨ ਹੋਏ। ਉਹ ਲੂਣ ਦੀ ਪੰਡ ਜਿਹੜੀ ਹੈ ਬਾਬਾ ਲਹਿਣਾ ਜੀ ਨੇ ਗੁਰੂ ਕੇ ਲੰਗਰ ਦੇ ਵਿੱਚ ਲਾ ਕੇ ਤੇ ਮਾਤਾ ਜੀ ਤੋਂ ਪੁੱਛਿਆ, ਮਾਤਾ ਜੀ ਸਤਿਗੁਰੂ ਜੀ ਕਿੱਥੇ ਆ? ਮਾਤਾ ਜੀ ਨੇ ਦੱਸਿਆ ਵੀ ਸਤਿਗੁਰੂ ਜੀ ਤੇ ਵਾਰ-ਵਾਰ ਕਰਤਾਰਪੁਰ ਸਾਹਿਬ ਨਗਰੀ ਦੇ ਵਾਰ-ਵਾਰ ਆਪਣੀ ਫਸਲ ਖੇਤਾਂ ਦੇ ਵਿੱਚ ਉਹ ਝੋਨੇ ਦੀ ਗੁਡਾਈ ਕਰਾਉਣ ਵਾਸਤੇ ਗਏ ਆ। ਝੋਨੇ ਦੇ ਵਿੱਚੋਂ ਘਾਹ ਸਿੱਖਾਂ ਨੂੰ ਨਾਲ ਲੈ ਕੇ ਕੱਢ ਰਹੇ ਹਨ ਤੇ ਬਾਬਾ ਲਹਿਣਾ ਜੀ ਉੱਥੇ ਚਲੇ ਗਏ। ਮਹਾਰਾਜ ਸਾਹਿਬ ਜੀ ਝੋਨੇ ਦੇ ਵਿੱਚੋਂ ਸਾਧ ਸੰਗਤ ਜੀ ਘਾਹ ਕਢਾ ਰਹੇ ਸਨ। ਝੋਨੇ ਦੀ ਫਸਲ ਦੇ ਵਿੱਚ ਸਵਾਂਖ, ਡੀਲਾ, ਘਾਹ ਆਦਿਕ ਜੋ ਹੈ ਉਹ ਕੱਢਿਆ ਜਾ ਰਿਹਾ ਸੀ। ਸਿੱਖ ਸੇਵਾ ਕਰ ਰਹੇ ਸਨ। ਬਾਬਾ ਲਹਿਣਾ ਜੀ ਨੇ ਜਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਇੱਕ ਰੰਬੀ ਦਿਓ ਤੇ ਮੈਂ ਵੀ ਝੋਨੇ ਦੇ ਵਿੱਚੋਂ ਇਹ ਘਾਹ ਕੱਢਾਂ। ਔਰ ਇੱਕ ਰੰਬੀ ਦੇ ਦਿੱਤੀ ਤੇ ਆਪ ਜੀ ਜਿਸ ਵੇਲੇ ਘਾਹ ਕੱਢਣ ਲੱਗੇ ਤੇ ਕਈ ਝੋਨੇ ਦੇ ਬੂਟੇ ਵਿੱਚ ਪੁੱਟ ਦਿੱਤੇ। ਮਹਾਰਾਜ ਕਹਿਣ ਲੱਗੇ, ਭਾਈ ਲਹਿਣਿਆ, ਤੂੰ ਕਦੀ ਇਹ ਖੇਤੀ ਕੀਤੀ ਨਹੀਂ ਹੈ, ਇਸ ਕਰਕੇ ਤੈਨੂੰ ਸਵਾਂਖ ਦਾ ਤੇ ਝੋਨੇ ਦਾ ਪਤਾ ਨਹੀਂ ਲੱਗ ਰਿਹਾ, ਤੂੰ ਤਾਂ ਝੋਨੇ ਦੇ ਬੂਟੇ ਪੁੱਟੀ ਜਾਂਦਾ ਤੇ ਤੂੰ ਰਹਿਣ ਦੇ ਤੇ ਆ ਜਿਹੜੀਆਂ ਢੇਰੀਆਂ ਲਾਈਆਂ ਹੋਈਆਂ ਘਾਹ ਦੀਆਂ ਇਹਦੀ ਪੰਡ ਪਾ। ਉਹ ਫਿਰ ਜਦੋਂ ਘਾਹ ਦੀ ਪੰਡ ਪਾਈ ਤੇ ਉਹ ਸਾਧ ਸੰਗਤ ਜੀ ਕੁਝ ਮੁੱਢੋਂ ਪੁੱਟਿਆ ਹੋਇਆ ਸੀ ਸਵਾਂਖ ਆਦਿਕ, ਪਾਣੀ ਦੇ ਵਿੱਚ ਸੀ, ਚਿੱਕੜ ਸੀ ਨਾਲ, ਉਹ ਪੰਡ ਬਣਾ ਕੇ ਤੇ ਮਹਾਰਾਜ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਦੇ ਸਿਰ ਤੇ ਚੁਕਾ ਦਿੱਤੀ। ਪੁਰਖਾ ਤੋਂ ਘਰੇ ਲੈ ਜਾ ਕੇ ਇਹ ਪਸ਼ੂਆਂ ਦੇ ਅੱਗੇ ਪਾ। ਤੇ ਜਦੋਂ ਚੁਕਾ ਦਿੱਤੀ ਤੇ ਉਹ ਚਿੱਟੇ ਬਸਤਰ ਪਾਏ ਹੋਏ ਸੀ, ਸਾਰਾ ਹੀ ਪਾਣੀ ਤੇ ਸਾਰਾ ਹੀ ਚਿੱਕੜ ਨੁੱਚੜ ਕੇ ਉਹ ਸੀਸ ਦੇ ਵਿੱਚ ਵੀ ਪੈ ਗਿਆ। ਸਾਧ ਸੰਗਤ ਜੀ ਸਾਰੇ ਕੁੜਤੇ ਤੇ ਵੀ ਪੈ ਗਿਆ। ਸਾਰੇ ਹੀ ਬਸਤਰ ਜਿਹੜੇ ਸੀ ਗਾਰੇ ਨਾਲ ਭਰ ਗਏ, ਚਿੱਕੜ ਦੇ ਨਾਲ ਭਰ ਗਏ, ਪਾਣੀ ਦੇ ਛਿੱਟਿਆਂ ਦੇ ਨਾਲ ਗਿੱਲੇ ਹੋ ਗਏ। ਮਾਤਾ ਸੁਲੱਖਣੀ ਜੀ ਨੇ ਵੇਖਿਆ ਤੇ ਮਾਤਾ ਜੀ ਬੜੇ ਉਦਾਸ ਹੋਏ। ਜਦੋਂ ਸਤਿਗੁਰੂ ਜੀ ਸਿੱਖਾਂ ਸਮੇਤ ਸ਼ਾਮ ਨੂੰ ਆਏ ਨਾ, ਮਾਤਾ ਜੀ ਕਹਿਣ ਲੱਗੇ, ਤੁਸੀਂ ਸਿੱਖਾਂ ਦਾ ਸਤਿਕਾਰ ਨਹੀਂ ਕਰਦੇ। ਅੱਜ ਉਹ ਖਡੂਰ ਨਗਰ ਤੋਂ ਸਿੱਖ ਆਇਆ ਹੈ ਜਿਹੜਾ ਲੂਣ ਦੀ ਪੰਡ ਵੀ ਲੈ ਕੇ ਆਇਆ ਤੇ ਕਿੰਨੇ ਸੋਹਣੇ ਉਹਨੇ ਬਸਤਰ ਚਿੱਟੇ ਪਾਏ ਹੋਏ ਸੀ, ਸਾਫ ਸੁਥਰੇ। ਤੁਸੀਂ ਚਿੱਕੜ ਵਾਲੀ ਪੰਡ ਘਾਹ ਦੀ ਉਸ ਨੂੰ ਚੁਕਾ ਕੇ ਉਹਦੇ ਸਾਰੇ ਕੱਪੜੇ ਹੀ ਚਿੱਕੜ ਦੇ ਨਾਲ ਲਪੇਟ ਦਿੱਤੇ। ਮਹਾਰਾਜ ਕਹਿਣ ਲੱਗੇ, ਸੁਲੱਖਣੀਏ, ਇਹ ਪੰਡ ਨਹੀਂ, ਇਹ ਤਾਂ ਦੀਨ ਦੁਨੀ ਦਾ ਛਤਰ ਚਕਾਇਆ ਇਸ। ਇਹ ਜੋ ਤੁਹਾਨੂੰ ਇਹ ਚਿੱਕੜ ਦਿਸਦਾ, ਇਹ ਤਾਂ ਅਸੀਂ ਕੇਸਰ ਛਿੜਕਿਆ ਹੈ, ਇਹ ਤਾਂ ਚੰਦਨ ਦਾ ਛਿੜਕਾਅ ਕੀਤਾ। ਇਹ ਬਚਨ ਮਹਾਰਾਜ ਸਾਹਿਬ ਜੀ ਨੇ ਕੀਤੇ। ਫਿਰ ਸਮੇਂ ਦੇ ਨਾਲ ਸਾਧ ਸੰਗਤ ਜੀ ਗਰੀਬ ਨਵਾਜ ਸਾਹਿਬ ਜੀ ਨੇ 7 ਸਾਲਾਂ ਦੀ ਸੇਵਾ ਤੋਂ ਬਾਅਦ 1596 ਬਿਕਰਮੀ ਸੰਮਤ ਨੂੰ ਫਿਰ ਸਿੱਖਾਂ ਨੂੰ ਪਰਖਿਆ। ਬੜਾ ਲੰਮਾ ਪ੍ਰਸੰਗ ਹੈ ਜਦੋਂ ਸਿੱਖੀ ਨੂੰ ਪਰਖਿਆ। ਉਹ ਕਣਕ ਦਾ ਸਮਾਂ ਸੀ, ਕਣਕ ਵੱਢ ਕੇ ਫਲਿਆਂ ਨਾਲ ਗਾਉਣੀ ਸੀ, ਢੇਰ ਲਾਏ ਸੀ। ਸਿੱਖਾਂ ਪੁੱਛਿਆ, ਮਾਰੇ ਹੁਣ ਕਣਕ ਗਾਹ ਲਈ ਜਾਵੇ? ਕਹਿਣ ਲੱਗੇ, ਨਹੀਂ, ਗਾਉਣੀ ਨਹੀਂ ਹੈ, ਅੱਗ ਲਾ ਕੇ ਸਾੜ ਦਿੱਤੀ ਜਾਵੇ। ਕਈ ਸਿੱਖ ਹੈਰਾਨ ਹੋਏ ਵੀ 6 ਮਹੀਨੇ ਮਿਹਨਤ ਕੀਤੀ, ਗੋਡੀ ਕੀਤੀ, ਪਾਣੀ ਲਾਇਆ, ਹੁਣ ਵੱਢੀ ਹੈ ਕਣਕ, ਦਾਣੇ ਕੱਢਣ ਦਾ ਸਮਾਂ ਆਇਆ ਤੇ ਮਹਾਰਾਜ ਕਹਿੰਦੇ ਅੱਗ ਲਾ ਕੇ ਸਾੜ ਦਿਓ। ਇਹ ਇੱਕ ਪਰਖ ਸੀ ਸਿੱਖੀ ਦੀ, ਆਗਿਆ ਮੰਨਣ ਦੀ। ਫਿਰ ਬਾਬਾ ਲਹਿਣਾ ਜੀ ਨੇ ਆਖਿਆ ਵੀ ਆਪਣਾ ਤੇ ਫਰਜ਼ ਹੈ ਆਗਿਆ ਮੰਨਣੀ, ਸਿੱਖਿਆ ਤੇ ਚੱਲਣਾ। ਗੁਰੂ ਸਾਹਿਬ ਜੀ ਦੀ ਆਗਿਆ ਨਾਲ ਆਪਾਂ ਬੀਜੀ ਹੈ, ਪਾਣੀ ਲਾਇਆ, ਗੋਡੀ ਕੀਤੀ ਹੈ, ਹੁਣ ਮਹਾਰਾਜ ਕਹਿੰਦੇ ਅੱਗ ਲਾ ਕੇ ਸਾੜ ਦਿਓ ਤੇ ਆਪਾਂ ਨੂੰ ਸਾੜ ਦੇਣੀ ਚਾਹੀਦੀ। ਫਿਰ ਅੱਗ ਲਾ ਕੇ ਉਹ ਸਾੜੀ ਸਾਧ ਸੰਗਤ ਜੀ ਕਣਕ। ਇਸੇ ਤਰ੍ਹਾਂ ਹੋਰ ਵੀ ਪਰਖਾਂ ਮਹਾਰਾਜ ਸਾਹਿਬ ਜੀ ਨੇ ਕੀਤੀਆਂ। ਸਿੱਖਾਂ ਪੁੱਤਰਾਂ ਭੋਖ ਕੈ ਸਭ ਉਮਤ ਵੇਖੋ, ਜੇ ਕਿਉਣ ਜਾਂ ਸੁਧੋਸ ਨਾ ਲੈਣਾ ਟਿਕਿਉਣ। ਲੰਗਰ ਵੀ ਇੱਕ ਵਾਰੀ ਮਹਾਰਾਜ ਨੇ ਆਖ ਦਿੱਤਾ ਸੀ, 8ਵੀਂ ਪਹਿਰੀ ਲਾਂਗਰੀਆਂ ਨੂੰ ਕਿਹਾ ਸੀ ਹੁਣ ਛਕਾਇਆ ਕਰੋ।
ਤੇ ਫਿਰ ਸਾਧ ਸੰਗਤ ਜੀ ਇੱਕ ਦਿਨ ਛੱਡ ਕੇ ਆਖਿਆ ਸੀ ਲੰਗਰ ਛਕਾਇਆ ਕਰੋ। ਕਈ ਸਿੱਖ ਉਦੋਂ ਘਰਾਂ ਨੂੰ ਚਲੇ ਗਏ, ਐਸੀਆਂ ਪਰਖਾਂ ਮਹਾਰਾਜ ਨੇ ਪਾਈਆਂ ਤੇ ਸਿੱਖਾਂ ਨੂੰ ਵੀ ਪਰਖਿਆ, ਪੁੱਤਰਾਂ ਨੂੰ ਵੀ ਪਰਖਿਆ। ਅਖੀਰ ਸਾਰੀ ਪਰਖ ਦੇ ਵਿੱਚੋਂ ਬਾਬਾ ਲਹਿਣਾ ਜੀ, ਉਹ ਤਾਂ ਪਹਿਲਾਂ ਹੀ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਸੀ, ਪਹਿਲੇ ਮਿਲਾਪ ਵਿੱਚ ਹੀ ਕਹਿ ਦਿੱਤਾ ਸੀ ਤੂੰ ਲੈਣਾ ਤੇ ਅਸੀਂ ਦੇਣਾ। ਇਹ ਬਾਕੀ ਸਿੱਖਾਂ ਨੂੰ ਜਣਾਉਣਾ ਸੀ ਵੀ ਕਿਸੇ ਦੇ ਮਨ 'ਚ ਕੋਈ ਖਿਆਲ, ਕੋਈ ਸ਼ੰਕਾ, ਕੋਈ ਰਹਿ ਨਾ ਜਾਵੇ। ਤਾਂ ਉਸ ਵੇਲੇ ਜਦੋਂ ਪਰਖ ਵਿੱਚ ਪੂਰਾ ਬਾਬਾ ਲਹਿਣਾ ਜੀ ਉਤਰੇ ਜਾਂ ਸੁਧੋਸ ਤਾਂ ਲਹਿਣਾ ਟਿਕੇ ਆਉਣ, ਫਿਰ ਸਾਧ ਸੰਗਤ ਜੀ ਆਪ ਜੀ ਨੇ ਸਾਰੀ ਸੰਗਤ ਨੂੰ ਆਗਿਆ ਦੇ ਦਿੱਤੀ ਵੀ ਹੁਣ ਅਸੀਂ ਆਪਣੇ ਪਰਮ ਸੇਵਕ ਸ੍ਰੀ ਲਹਿਣਾ ਜੀ ਨੂੰ ਗੁਰਿਆਈ ਦੇਣੀ ਹੈ। ਤਾਂ ਅੱਜ ਦੇ ਦਿਹਾੜੇ ਫਿਰ ਮਹਾਰਾਜ ਸਾਹਿਬ ਜੀ ਨੇ ਸਾਰੀ ਸੰਗਤ ਦਾ ਇਕੱਠ ਕਰਕੇ ਆਪਣੇ ਘਰ ਕਮਲਾਂ ਦੇ ਵਿੱਚ 5 ਪੈਸੇ ਤੇ ਨਾਲੀਏਰ ਲੈ ਕੇ 3 ਪ੍ਰਕਰਮਾ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਸੇਵਕ ਸ੍ਰੀ ਲਹਿਣਾ ਜੀ ਨੂੰ ਸਾਧ ਸੰਗਤ ਜੀ 5 ਪੈਸੇ ਨਾਲੀਏਰ ਭੇਟ ਕਰਕੇ ਮੱਥਾ ਟੇਕਿਆ। ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰਿਆਈ ਦਾ ਤਿਲਕ ਲਵਾਇਆ ਔਰ ਮਹਾਰਾਜ ਸਾਹਿਬ ਜੀ ਨੇ ਆਪਣੀ ਜੋਤ ਸ੍ਰੀ ਲਹਿਣਾ ਜੀ ਦੇ ਵਿੱਚ ਟਿਕਾ ਦਿੱਤੀ ਤੇ ਗਰੀਬ ਨਵਾਜ ਸਾਹਿਬ ਨੇ ਕਹਿ ਦਿੱਤਾ ਕਿ ਪੁਰਖਾ ਹੁਣ ਤੁਸੀਂ ਸਾਡੇ ਅੰਗਾਂ ਨਾਲ ਲੱਗ ਕੇ ਅੰਗਦ ਬਣ ਗਏ ਹੋ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹੀ ਹੋ। ਆਪ ਜੀ ਨੇ ਫਿਰ ਆਪਣੀ ਗਲਵੱਕੜੀ ਵਿੱਚ ਲੈ ਕੇ ਬਾਬਾ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬਣਾ ਦਿੱਤਾ, ਦੂਸਰੇ ਪਾਤਸ਼ਾਹ ਬਣਾ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ, ਥਾਪਿਆ ਲਹਿਣਾ ਜੀਵ ਦੇ, ਥਾਪਿਆ ਲਹਿਣਾ ਜੀਵ ਦੇ, ਥਾਪਿਆ ਲਹਿਣਾ ਜੀਵ ਦੇ, ਥਾਪਿਆ ਲਹਿਣਾ ਜੀਵ ਦੇ। ਗੁਰਿਆਈ ਸਿਰ ਛਤਰ ਫਿਰਾਇਆ, ਗੁਰਿਆਈ ਸਿਰ ਛਤਰ ਫਿਰਾਇਆ, ਗੁਰਿਆਈ ਸਿਰ ਛਤਰ ਫਿਰਾਇਆ, ਗੁਰਿਆਈ ਸਿਰ ਛਤਰ ਫਿਰਾਇਆ। ਥਾਪਿਆ ਲਹਿਣਾ ਜੀਵ ਦੇ, ਥਾਪਿਆ ਲਹਿਣਾ ਜੀਵ ਦੇ, ਥਾਪਿਆ ਲਹਿਣਾ ਜੀਵ ਦੇ, ਥਾਪਿਆ ਲਹਿਣਾ ਜੀਵ ਦੇ। ਗੁਰਿਆਈ ਸਿਰ ਛਤਰ ਫਿਰਾਇਆ, ਗੁਰਿਆਈ ਸਿਰ ਛਤਰ ਫਿਰਾਇਆ, ਗੁਰਿਆਈ ਸਿਰ ਛਤਰ ਫਿਰਾਇਆ, ਗੁਰਿਆਈ ਸਿਰ ਛਤਰ ਫਿਰਾਇਆ। ਜੋਤੀ ਜੋਤ ਮਿਲਾਏ ਕੈ, ਜੋਤੀ ਜੋਤ ਮਿਲਾਏ ਕੈ, ਜੋਤੀ ਜੋਤ ਮਿਲਾਏ ਕੈ, ਜੋਤੀ ਜੋਤ ਮਿਲਾਏ ਕੈ। ਸਤਿਗੁਰ ਨਾਨਕ ਰੂਪ ਵਟਾਇਆ, ਸਤਿਗੁਰ ਨਾਨਕ ਰੂਪ ਵਟਾਇਆ, ਸਤਿਗੁਰ ਨਾਨਕ ਰੂਪ ਵਟਾਇਆ, ਸਤਿਗੁਰ ਨਾਨਕ ਰੂਪ ਵਟਾਇਆ। ਲਖ ਨਾ ਕੋਈ ਸਕਾਈ, ਲਖ ਨਾ ਕੋਈ ਸਕਾਈ, ਲਖ ਨਾ ਕੋਈ ਸਕਾਈ, ਲਖ ਨਾ ਕੋਈ ਸਕਾਈ। ਆਚਰਜੇ ਆਚਰਜ ਦਿਖਾਇਆ, ਆਚਰਜੇ ਆਚਰਜ ਦਿਖਾਇਆ, ਆਚਰਜੇ ਆਚਰਜ ਦਿਖਾਇਆ, ਆਚਰਜੇ ਆਚਰਜ ਦਿਖਾਇਆ। ਕਾਇਆ ਪਲਟ ਸਰੂਪ ਬਣਾਇਆ, ਕਾਇਆ ਪਲਟ ਸਰੂਪ ਬਣਾਇਆ, ਕਾਇਆ ਪਲਟ ਸਰੂਪ ਬਣਾਇਆ, ਕਾਇਆ ਪਲਟ ਸਰੂਪ ਬਣਾਇਆ। ਜੋ ਤਿਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਪਲਟੀ ਮਹਾਰਾਜ ਸਾਹਿਬ ਜੀ ਨੇ, ਸਰੀਰ ਦੂਸਰਾ ਧਾਰਨ ਕੀਤਾ ਹੈ, ਜੋਤ ਉਹੀ ਦੂਸਰੇ ਜਾਮੇ ਵਿੱਚ ਮਹਾਰਾਜ ਨੇ ਸੁਭਾਏਮਾਨ ਕੀਤੀ ਹੈ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਵਿੱਚ ਕਰਤਾਰਪੁਰੇ ਜਗ ਰਾਈ, ਸ੍ਰੀ ਅੰਗਦ ਕੋ ਦੀਨ ਬਡਾਈ, ਆਪਨ ਕੀਨ ਸੱਚ ਖੰਡ ਪਏ ਆਨਾ, ਜੋਤ ਰੂਪ ਬਿਬ ਤਨ ਪਲਟਾਨਾ। ਜਿਉ ਅਦਪਤ ਇੱਕ ਪੋਸ਼ਿਸ਼ ਤਜ ਕੈ, ਬੈਸਹਿ ਸਭਾ ਦੁਤੀਏ ਤਨ ਸਜ ਕੈ, ਤਿਉ ਖਡੂਰ ਮਹਿ ਆਣ ਬਿਰਾਜੇ, ਜਿਨ ਸਿਮਰਨ ਕਲ ਕਲਮਲ ਭਾਜੇ। ਤੇ ਮਹਾਰਾਜ ਨੇ ਗੁਰਿਆਈ ਦੇ ਕੇ 35 ਵਰੇ ਦੀ ਸਰੀਰ ਕਾਰ ਭਲਾਈ ਹੈ।
ਉਸ ਮੌਕੇ ਤੇ ਬਾਬਾ ਲਹਿਣਾ ਜੀ ਦੀ ਜਦੋਂ ਆਪ ਜੀ ਨੂੰ ਗੁਰਿਆਈ ਪ੍ਰਾਪਤ ਹੋਈ ਤੇ ਆਪ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹੋਏ। 35 ਸਾਲਾਂ ਦੀ ਸਰੀਰ ਕਾਰਬਲਾ ਦੇ ਵਿੱਚ ਗੁਰਤਾ ਗੱਦੀ ਦੇ ਤਖਤ ਤੇ ਮਹਾਰਾਜ ਸੋਭਨੀਕ ਹੋਏ ਤੇ ਜਗਤ ਗੁਰੂ ਜੀ ਨੇ ਆਪ ਜੀ ਨੂੰ ਗੁਰਿਆਈ ਦੇ ਕੇ ਤੇ ਆਗਿਆ ਕੀਤੀ ਕਿ ਪੁਰਖਾਂ ਹੁਣ ਤੁਸੀਂ ਖਡੂਰ ਸਾਹਿਬ ਚਲੇ ਜਾਓ। ਆਗਿਆ ਹੋ ਗਈ, ਵਿਛੜਨਾ ਨਹੀਂ ਸੀ ਚਾਹੁੰਦੇ। ਮਹਾਰਾਜ ਕਹਿਣ ਲੱਗੇ ਅਸੀਂ ਹੁਣ ਸੱਚਖੰਡ ਪਿਆਨਾ ਕਰ ਜਾਣਾ ਹੈ। ਆਪ ਜੀ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਆਪ ਜੀ ਸੱਚਖੰਡ ਜਾਓਗੇ ਤੇ ਦਾਸ ਆਵੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ। ਕਹਿਣ ਲੱਗੇ ਨਹੀਂ ਪੁਰਖਾ ਤੁਸੀਂ ਨਹੀਂ ਆਉਣਾ ਹੈ, ਅਸੀਂ ਆਵਾਂਗੇ ਤੁਹਾਡੇ ਕੋਲੇ, ਕੋਈ ਨਹੀਂ ਜਾਣ ਸਕੇਗਾ, ਅਸੀਂ ਤੁਹਾਨੂੰ ਮਿਲਣ ਵਾਸਤੇ ਆਵਾਂਗੇ, ਤੁਸੀਂ ਖਡੂਰ ਸਾਹਿਬ ਦੇ ਵਿੱਚ ਹੀ ਰਹਿਣਾ ਹੈ। ਤੇ ਸਾਧ ਸੰਗਤ ਜੀ ਆਪ ਆਗਿਆ ਮੋੜ ਨਹੀਂ ਸੀ ਸਕਦੇ, ਪਰ ਵਿਛੋੜਾ ਝੱਲਣਾ ਬੜਾ ਔਖਾ ਸੀ। ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਫਿਰ ਕਰਤਾਰਪੁਰ ਸਾਹਿਬ ਛੱਡ ਕੇ ਆਪ ਖਡੂਰ ਸਾਹਿਬ ਵਿੱਚ ਆ ਗਏ। ਫਿਰ ਸਾਧ ਸੰਗਤ ਜੀ ਮਹਾਰਾਜ ਨੇ ਕੁਝ ਸਮਾਂ ਬਾਅਦ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਸੱਚਖੰਡ ਬਿਆਨਾ ਕੀਤਾ ਤਾਂ ਆਪ ਜੀ ਨੇ ਫਿਰ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਤੇ ਪੌਣੇ 13 ਸਾਲ ਮਹਾਰਾਜ ਨੇ ਗੁਰਿਆਈ ਕੀਤੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ 12 ਸਾਲ 9 ਮਹੀਨੇ 17 ਦਿਨ ਮਹਾਰਾਜ ਨੇ ਗੁਰਿਆਈ ਕੀਤੀ। 12 ਸਾਲ 9 ਮਹੀਨੇ ਤੇ 17 ਦਿਨ ਭਾਵ ਪੌਣੇ 13 ਸਾਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਖਡੂਰ ਸਾਹਿਬ ਦੇ ਵਿੱਚ ਨਿਵਾਸ ਰੱਖਿਆ। ਔਰ ਆਪ ਜੀ ਨੇ ਗੁਰਮੁਖੀ ਅੱਖਰਾਂ ਦਾ ਵੱਡਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ। ਆਪਣੀ ਰਸਨਾ ਤੋਂ ਅੰਮ੍ਰਿਤ ਬਾਣੀ ਉਚਾਰਨ ਕੀਤੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਗਿਣਤੀ ਦੇ 63 ਸ਼ਲੋਕ ਹਨ। ਸਾਧ ਸੰਗਤ 22 ਵਾਰਾਂ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਉਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਤੇ 63 ਸ਼ਲੋਕ ਸਾਰੀ ਬਾਣੀ ਹੈ ਦੂਸਰੇ ਪਾਤਸ਼ਾਹ ਜੀ। ਪਹਿਲਾ ਸ਼ਲੋਕ ਹੈ ਮਹਾਰਾਜ ਸਾਹਿਬ ਜੀ ਦੀ ਰਸਨਾ ਦਾ, ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਤਸ਼ਾਹ ਜੀਵਨਾ। 63ਵਾਂ ਸ਼ਲੋਕ ਹੈ ਮਹਾਰਾਜ ਸਾਹਿਬ ਜੀ ਦੀ ਰਸਨਾ ਦਾ ਉਚਾਰਨ ਕੀਤਾ ਹੋਇਆ, ਨਾਨਕ ਦੁਨੀਆ ਕੀਆਂ ਵਡਿਆਈਆਂ ਆਗੀ ਸੇਤੀ ਜਾਲ, ਇਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ। ਖਡੂਰ ਸਾਹਿਬ ਦੀ ਧਰਤੀ ਤੇ ਆਪ ਜੀ ਨੇ ਪੌਣੇ 13 ਸਾਲ ਗੁਰਿਆਈ ਕਰਦਿਆਂ ਬੇਅੰਤ ਪਰਉਪਕਾਰ ਕੀਤੇ, ਵੱਡਾ ਭਾਰੀ ਪਰਉਪਕਾਰ ਕੀਤਾ, ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਾਰਾ ਇਤਿਹਾਸ ਲਿਖਵਾਇਆ। ਭਾਈ ਬਾਲਾ ਜੀ ਤੋਂ ਸੁਣ ਕੇ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਪੈੜਾ ਮੁਖਾ ਜੀ, ਜੋ ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਹਿੰਦੇ ਸਨ, ਉਹਨਾਂ ਨੂੰ ਲਿਖਾਰੀ ਲਾ ਕੇ ਤੇ ਮਹਾਰਾਜ ਸਾਹਿਬ ਜੀ ਨੇ ਗੁਰੂ ਜੀ ਦੇ ਪ੍ਰਕਾਸ਼ ਧਾਰਨ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦਾ ਸਾਰਾ ਇਤਿਹਾਸ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਲਿਖਵਾਇਆ, ਜਿਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਕਿਹਾ ਜਾਂਦਾ ਹੈ। ਇਹ ਆਪ ਜੀ ਨੇ ਕਿਰਪਾ ਕੀਤੀ। ਉੱਥੇ ਮੱਲ ਅਖਾੜੇ ਦੀ ਰਚਨਾ ਕੀਤੀ। ਛੋਟੇ ਬੱਚਿਆਂ ਨੂੰ ਜਿੱਥੇ ਗੁਰਮੁਖੀ ਸਿਖਾਇਆ ਕਰਦੇ, ਉੱਥੇ ਛੋਟੇ ਬੱਚਿਆਂ ਦੀਆਂ ਤੇ ਵੱਡੇ ਨੌਜਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਇਆ ਕਰਦੇ ਮਹਾਰਾਜ ਸਾਹਿਬ। ਸੋ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਆਪ ਜੀ ਨੇ ਮੱਲਾਂ ਦਾ ਅਖਾੜਾ ਵੀ ਰਚਿਆ, ਜਿੱਥੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਸੋਭਨੀਕ ਹੈ। ਤੋ ਐਸੇ ਸਤਿਗੁਰੂ ਜੀ ਦਾ ਅੱਜ ਸਾਧ ਸੰਗਤ ਜੀ 484 ਸਾਲਾ ਗੁਰਤਾ ਗੱਦੀ ਦਿਵਸ ਵਿਸ਼ੇਸ਼ ਕਰਕੇ ਸ੍ਰੀ ਖਡੂਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇੱਥੇ ਗੁਰਦੁਆਰਾ ਬੇਰ ਸਾਹਿਬ ਵੀ ਆਪਾਂ ਗੁਰੂ ਸਾਹਿਬ ਜੀ ਦਾ ਜਸ, ਗੁਰੂ ਜੀ ਦੇ ਗੁਣ ਗਾ ਰਹੇ ਹਾਂ। ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਿਆਈ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਸ਼ਬਦ ਹੈ ਉਸ ਨਾਲ ਜੁੜੀਏ। 1145 ਅੰਗ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ। ਪ੍ਰੇਮ ਸਹਿਤ ਸਰਵਣ ਕਰੀਏ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਪੰਜਵਾ। ਭੈਰਵ ਰਾਗ ਹੈ ਗੁਰੂ ਕੀ ਬਾਣੀ ਦਾ ਇਹ 24ਵਾਂ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਮਹਿਲਾਂ ਦੇ ਵਿੱਚੋਂ ਆਪਣੇ ਘਰ ਵਿੱਚੋਂ ਜਦੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠ ਕੇ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਆਇਆ ਕਰਦੇ
ਤਾਂ ਉਸ ਰਸਤੇ ਦੇ ਵਿੱਚ ਸਾਧ ਸੰਗਤ ਜੀ ਇੱਕ ਮਾਈ ਜਿਸ ਦਾ ਪੁੱਤਰ ਚੜ੍ਹਾਈ ਕਰ ਚੁੱਕਾ ਸੀ ਕੋਈ ਸਮਾਂ ਪਹਿਲਾਂ, ਉਹ ਰੋਜ਼ ਸਵੇਰੇ ਸਵੇਰੇ ਰੋਇਆ ਕਰੇ। ਜਦੋਂ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੇ ਸਮੇਤ ਆਪਣੇ ਮਹਿਲਾਂ ਦੇ ਵਿੱਚੋਂ ਦਰਬਾਰ ਸਾਹਿਬ ਨੂੰ ਆਉਣਾ, ਤੇ ਉਹ ਮਾਈ ਨੇ ਰਸਤੇ ਦੇ ਵਿੱਚ ਆਪਣੇ ਘਰੇ ਰੋਂਦੀ ਹੋਣਾ, ਵੈਣ ਪਾਉਂਦੀ ਹੋਣਾ। ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਵੀ ਮਹਾਰਾਜ ਅੰਮ੍ਰਿਤ ਵੇਲਾ ਹੁੰਦਾ ਹੈ, ਨਾਮ ਸਿਮਰਨ ਦਾ ਵੇਲਾ, ਇਹ ਮਾਈ ਰੋਜ਼ ਹੀ ਰੋਂਦੀ ਰਹਿੰਦੀ ਹੈ। ਉਸ ਮੌਕੇ ਤੇ ਸਤਿਗੁਰੂ ਜੀ ਨੇ ਬਾਬਾ ਜੀ ਦੇ ਬੇਨਤੀ ਕਰਨ ਤੋਂ ਇਹ ਪਵਿੱਤਰ ਸ਼ਬਦ ਉਚਾਰਨ ਕਰਕੇ ਸਿੱਖਿਆ ਦਿੱਤੀ, ਰੋਵਣ ਹਾਰੀ ਰੋਜ਼ ਬਣਾਇਆ। ਮਹਾਰਾਜ ਕਹਿੰਦੇ ਜੋ ਇਹ ਰੋਵਣ ਹਾਰੀ ਮਾਈ ਹੈ ਨਾ, ਰੋਣ ਵਾਲੀ, ਜੋ ਆਪਣੇ ਪੁੱਤਰ ਦੇ ਵਿਛੋੜੇ ਦੇ ਵਿੱਚ, ਵਿਜੋਗ ਦੇ ਵਿੱਚ ਰੋਂਦੀ ਹੈ, ਇਹਨੇ ਤੇ ਰੋਜ਼ ਦਾ ਹੀ ਰੋਣਾ ਬਣਾ ਲਿਆ ਹੈ। ਰੋਵਣ ਹਾਰੀ ਰੋਜ਼ ਬਣਾਇਆ, ਇਹਨੇ ਤਾਂ ਰੋਜ਼ ਦਾ ਨੇਮ ਹੀ ਬਣਾ ਲਿਆ ਹੈ ਰੋਣ ਦਾ, ਰੋਜ਼ ਹੀ ਰੋਈ ਜਾਂਦੀ ਹੈ। ਤੇ ਰੋਜ਼ ਇਹਨੇ ਤਾਂ ਰੋਜ਼ਗਾਰ ਹੀ ਬਣਾ ਲਿਆ ਆਪਣਾ ਰੋਣ ਦਾ, ਪਰ ਹਰ ਰੋਜ਼ ਹੀ ਸਵੇਰੇ ਸਵੇਰੇ ਇਹ ਰੋਂਦੀ ਰਹਿੰਦੀ ਹੈ, ਵੈਣ ਪਾਉਂਦੀ ਰਹਿੰਦੀ ਹੈ। ਬਲਨ ਬਰਤਨ ਕਉ ਸੰਬੰਧ ਚੇਤੇ ਆਇਆ। ਮਹਾਰਾਜ ਕਹਿੰਦੇ ਅਸਲ ਵਿੱਚ ਇਹ ਸੰਬੰਧੀ ਦੇ ਨਾਲ ਕੋਈ ਪ੍ਰੇਮ ਨਹੀਂ ਹੈ। ਜਿਹੜਾ ਬਲਨ ਹੈ ਨਾ, ਵਲੇਵਾ ਹੈ, ਬਰਤਨ, ਇਹ ਬਰਤਨ ਵਲੇਵਾ ਜਿਹੜਾ ਹੈ, ਜਿਹੜਾ ਕਾਰੋਬਾਰ ਹੈ, ਉਹਦੇ ਕਰਕੇ ਸੰਬੰਧ ਚੇਤੇ ਆਇਆ ਹੈ। ਇਹਦੇ ਚਿੱਤ ਦੇ ਵਿੱਚ ਉਹ ਜਿਹੜਾ ਸੰਬੰਧ ਸੀ ਨਾ, ਪੁੱਤਰ ਦੇ ਨਾਲ ਜਿਹੜਾ ਸੰਬੰਧ ਸੀ, ਇਹਦਾ ਸੰਬੰਧੀ ਸੀ, ਇਸ ਦਾ ਪੁੱਤਰ ਸੀ, ਉਹ ਸੰਬੰਧ ਚੇਤੇ ਆ ਗਿਆ। ਉਹ ਵਰਤਨ ਵਲੇਵੇ ਕਰਕੇ, ਕਾਰੋਬਾਰ ਕਰਕੇ, ਕਿ ਉਹ ਦੁਕਾਨਦਾਰੀ ਕਰਿਆ ਕਰਦਾ ਸੀ, ਉਹ ਆਹ ਕੰਮ ਕਰਿਆ ਕਰਦਾ ਸੀ। ਅਸਲ ਵਿੱਚ ਦੁਨੀਆ ਜ਼ਿਆਦਾ ਤੇ ਕੰਮ ਨੂੰ ਹੀ ਰੋਂਦੀ ਆ। ਮਹਾਰਾਜ ਕਹਿੰਦੇ ਬਲਨ ਬਰਤਨ ਕਉ, ਉਹ ਵਰਤਨ ਵਲੇਵੇਂ ਨੂੰ ਹੀ ਰੋਂਦੀ ਹੈ ਦੁਨੀਆ, ਹੋਰ ਕਾਹਦਾ ਪ੍ਰੇਮ ਹੈ। ਤੋ ਇਸ ਕਰਕੇ ਜੇ ਕੋਈ ਕੰਮਕਾਰ ਨਾ ਕਰੇ ਤੇ ਲੋਕ ਤਾਂ ਜਿਉਂਦਿਆਂ ਨੂੰ ਛੱਡ ਦਿੰਦੇ ਆ, ਜਿਉਂਦਿਆਂ ਦਾ ਸਾਥ ਛੱਡ ਦਿੰਦੇ ਆ, ਮਾਤਾ ਪਿਤਾ ਪੁੱਤਰਾਂ ਨੂੰ ਛੱਡ ਦਿੰਦੇ ਆ, ਪੁੱਤਰ ਮਾਂ ਪਿਓ ਨੂੰ ਛੱਡ ਦਿੰਦੇ ਆ, ਭਰਾ ਭਰਾ ਨੂੰ ਛੱਡ ਦਿੰਦਾ ਹੈ। ਜਿਉਂਦਿਆਂ ਰਿਸ਼ਤੇ ਨਾਤੇ ਟੁੱਟ ਜਾਂਦੇ ਆ, ਰੋਜ਼ ਟੁੱਟਦੇ ਵੇਖਦੇ ਹਾਂ ਆਪਣੇ ਘਰਾਂ ਦੇ ਵਿੱਚ, ਆਪਣੇ ਪਿੰਡਾਂ ਦੇ ਵਿੱਚ, ਆਪਣੇ ਮੁਹੱਲੇ ਦੇ ਵਿੱਚ, ਰੋਜ਼ ਇਹੋ ਜਿਹਾ ਵਰਤਾਰਾ ਵਰਤਦਾ ਦੀਦਾ ਹੈ। ਸਾਂਝ ਸਿਰਫ ਮਾਇਆ ਪਦਾਰਥਾਂ ਦੀ ਹੈ, ਸਾਂਝ ਸੰਸਾਰੀ ਜਿਹੜੀ ਹੈ ਕਾਰ ਵਿਹਾਰ ਦੀ ਹੈ, ਵਰਤਨ ਵਲੇਵੇ ਦੀ ਹੈ। ਮਹਾਰਾਜ ਕਹਿਣ ਲੱਗੇ ਇਸ ਮਾਈ ਨੂੰ ਵੀ ਉਹ ਜਿਹੜਾ ਵਰਤਨ ਵਲੇਵਾ ਹੈ ਨਾ, ਕਾਰੋਬਾਰ ਹੈ, ਧੰਦਾ ਹੈ, ਵੀ ਜਿਹੜਾ ਧੰਦਾ ਉਹ ਕਰਿਆ ਕਰਦਾ ਸੀ, ਉਹਦੇ ਕਰਕੇ ਜਿਹੜਾ ਸੰਬੰਧ ਉਹ ਚੇਤੇ ਆਇਆ ਵੀ ਉਹ ਬੜਾ ਕੰਮ ਕਰਿਆ ਕਰਦਾ ਸੀ, ਧੰਦਾ ਕਰਦਾ ਸੀ, ਵਰਤਨ ਵਲੇਵਾ ਕਰਦਾ ਸੀ, ਇਸ ਕਰਕੇ ਰੋਂਦੀ ਹੈ। ਬੂਝ ਬੈਰਾਗ ਕਰੇ ਜੇ ਕੋਈ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਰੋਣਾ ਕਿਸੇ ਕੰਮ ਨਹੀਂ ਹੈ। ਜੇ ਕੋਈ ਇਸ ਗੱਲ ਨੂੰ ਬੁੱਝ ਕੇ ਵੈਰਾਗ ਕਰੇ ਤੇ ਉਹਦਾ ਵੈਰਾਗ ਕਰਨਾ ਸਫਲਾ ਹੈ। ਜਿਹੜਾ ਭਾਈ ਪਰਮੇਸ਼ਰ ਦੀ ਬੂਝ ਪ੍ਰਾਪਤ ਕਰੇ, ਜੋ ਆਤਮਾ ਦਾ ਗਿਆਨ ਹਾਸਲ ਕਰੇ, ਪਰਮਾਤਮਾ ਦਾ ਗਿਆਨ ਹਾਸਲ ਕਰੇ, ਜਿਹੜਾ ਬੁੱਝੇ ਪਰਮੇਸ਼ਰ ਵਾਹਿਗੁਰੂ ਜੀ ਦੇ ਤਾਈਂ, ਤੇ ਬੈ ਰਾਗ, ਸੰਸਾਰੀ ਰਾਗ ਤੋਂ ਬੈ ਰਹਿਤ ਹੋ ਜਾਵੇ। ਤੇ ਜੇ ਕੋਈ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਕੇ ਤੇ ਫਿਰ ਕੋਈ ਉਹਦੇ ਵਿਛੋੜੇ ਦੇ ਵਿੱਚ ਵੈਰਾਗ ਕਰੇ ਵੀ ਉਹਦੇ ਤੋਂ ਵਿਛੜੇ ਹੋਏ ਹਾਂ, ਜਨਮ ਮਰਨ ਫਿਰ ਸੋਗ ਨਾ ਹੋਏ। ਫਿਰ ਉਸ ਨੂੰ ਜਨਮ ਮਰਨ ਨਹੀਂ ਹੁੰਦਾ ਹੈ ਤੇ ਨਾ ਕੋਈ ਸੋਗ ਚਿੰਤਾ ਹੁੰਦੀ ਹੈ। ਜਿਹੜਾ ਪਰਮੇਸ਼ਰ ਵਾਹਿਗੁਰੂ ਨੂੰ ਬੂਝ ਕਰਕੇ, ਬੂਝ ਵੈਰਾਗ ਕਰੇ, ਜੇ ਕੋਈ ਸਮਝੇ ਪਰਮੇਸ਼ਰ ਦੇ ਤਾਈਂ ਤੇ ਉਹਦੇ ਪ੍ਰੇਮ ਦੇ ਵਿੱਚ ਵੈਰਾਗੀ ਹੋਵੇ, ਵੈਰਾਗ ਕਰੇ, ਫਿਰ ਉਹ ਨਾ ਸੋਗ ਕਰਦਾ ਹੈ, ਚਿੰਤਾ ਕਰਦਾ ਹੈ, ਤੇ ਨਾ ਉਹਦਾ ਫਿਰ ਜਨਮ ਮਰਨ ਹੁੰਦਾ ਹੈ। ਉਸ ਦਾ ਫਿਰ ਜਨਮ ਮਰਨ ਕੱਟਿਆ ਜਾਂਦਾ ਹੈ। ਵਿਖਿਆ ਕਾ ਸਭ ਧਨ ਪਸਾਰ। ਮਹਾਰਾਜ ਕਹਿੰਦੇ ਸੰਸਾਰ ਦੀ ਹਾਲਤ ਤਾਂ ਇਹ ਹੈ, ਇਹ ਵਿਖਿਆ ਕਾ, ਇਹ ਮਾਇਆ ਦਾ ਹੀ ਸਾਰਾ ਧੰਦਾ ਹੈ ਤੇ ਮਾਇਆ ਦੇ ਧੰਦੇ ਦਾ ਹੀ ਸਾਰਾ ਪਸਾਰਾ ਹੈ। ਵਿਰਲੇ ਕੀਨੋ ਨਾਮ ਆਧਾਰ। ਵਿਰਲੇ ਆ ਪ੍ਰਾਣੀ ਜਿਨ੍ਹਾਂ ਨੇ ਨਾਮ ਦਾ ਆਧਾਰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਕਿ ਸੰਸਾਰ ਵਿਸ਼ੇ ਵਿਕਾਰਾਂ ਦੇ ਵਿੱਚ ਤੇ ਮਾਇਆ ਦੇ ਪਸਾਰੇ ਦੇ ਵਿੱਚ, ਮਾਇਆ ਦੇ ਧੰਦੇ ਦੇ ਵਿੱਚ ਹੀ
ਗਲਤਾਨ ਹੋ ਰਿਹਾ ਹੈ। ਪਲ ਚ ਸਗਲੀ ਮੁਈ ਝੂਠੈ ਧੰਦਾ ਮੋਹ। ਝੂਠੇ ਧੰਦਿਆਂ ਦੇ ਮੋਹ ਦੇ ਵਿੱਚ, ਧੰਦਿਆਂ ਦੇ ਪਸਾਰੇ ਦੇ ਵਿੱਚ, ਮਾਇਆ ਦੇ ਪਸਾਰੇ ਵਿੱਚ ਸ੍ਰਿਸ਼ਟੀ ਜਿਹੜੀ ਹੈ ਉਹ ਖਪ ਰਹੀ ਹੈ। ਵਿਰਲਾ ਕੀਨੋ ਨਾਮ ਆਧਾਰ। ਵਿਰਲੇ ਜੀਵਾਂ ਨੇ ਨਾਮ ਦਾ ਆਸਰਾ ਲਿਆ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਤ੍ਰਿਪਦ ਮਾਇਆ ਰਹੀ ਵਿਆਪ। ਮਹਾਰਾਜ ਕਹਿੰਦੇ ਜੋ ਤਿੰਨ ਵਿਧੀਆਂ ਦੀ ਮਾਇਆ ਹੈ ਨਾ, ਰਾਜਸੀ, ਤਾਮਸੀ, ਸ਼ਾਂਤਕੀ, ਇਹ ਸਭ ਸ੍ਰਿਸ਼ਟੀ ਨੂੰ, ਸਭ ਜੀਵਾਂ ਨੂੰ ਵਿਆਪ ਰਹੀ ਹੈ। ਕਿਤੇ ਜੀਵਾਂ ਨੂੰ ਰਜੋਗੁਣੀ ਮਾਇਆ ਵਿਆਪ ਰਹੀ ਹੈ, ਪਦਾਰਥਵਾਦੀ ਬਿਰਤੀ ਹੋ ਰਹੀ ਹੈ। ਕਿਤੇ ਤਮੋਗੁਣੀ ਮਾਇਆ ਵਿਆਪ ਰਹੀ ਹੈ, ਬਹੁਤਾ ਕ੍ਰੋਧੀ ਸੁਭਾਅ ਹੋ ਰਿਹਾ ਹੈ। ਕਿਤੇ ਇਸੇ ਤਰ੍ਹਾਂ ਸਤੋਗੁਣੀ ਮਾਇਆ ਵਿਆਪ ਰਹੀ ਹੈ, ਆਪਣੀ ਪੂਜਾ ਕਰਾਉਣ ਦੀ ਇੱਛਾ ਬਣ ਰਹੀ ਹੈ। ਤੋ ਇਸ ਪ੍ਰਕਾਰ ਇਹ ਤਿੰਨ ਤਰ੍ਹਾਂ ਦੀ ਜਿਹੜੀ ਮਾਇਆ ਹੈ, ਸਾਰਿਆਂ ਨੂੰ ਰਜਗੁਣ, ਤਮਗੁਣ, ਸਤਗੁਣ ਕਹੀ ਹੈ। ਇਹ ਤੇਰੀ ਸਭ ਮਾਇਆ ਸਾਰਿਆਂ ਨੂੰ ਵਿਆਪੀ ਹੋਈ ਹੈ, ਸ੍ਰਿਸ਼ਟੀ ਨੂੰ। ਵਿਰਲੇ ਹੀ ਬਚੇ ਹਨ। ਜੋ ਲਪਟਾਨੋ ਤਿਸ ਦੁਖ ਸੰਤਾਪ। ਜਿਹੜੇ ਜਿਹੜੇ ਮਾਇਆ ਦੇ ਨਾਲ ਲਪਟੇ ਹੋਏ ਨਾ, ਮਾਇਆ ਨਾਲ ਚਿੰਬੜੇ ਹੋਏ ਹਨ, ਮਹਾਰਾਜ ਕਹਿੰਦੇ ਤਿਸ ਜੀਵ ਨੂੰ ਫਿਰ ਦੁੱਖ ਵੀ ਹੁੰਦਾ ਹੈ ਤੇ ਸੰਤਾਪ ਵੀ ਹੁੰਦਾ ਹੈ। ਦੁੱਖ ਉਸ ਜੀਵ ਨੂੰ ਸਤਾਉਂਦੇ ਵੀ ਆ, ਭਲੀ ਪ੍ਰਕਾਰ ਤਾਪ ਚੜਾਉਂਦੇ ਹਨ। ਸੰਤਾਪ ਭਲੀ ਪ੍ਰਕਾਰ ਉਤਪਾਉਂਦੇ ਹਨ ਦੁੱਖ। ਉਹ ਦੁੱਖਾਂ ਦੇ ਵਿੱਚ ਭਲੀ ਪ੍ਰਕਾਰ ਤਪਦਾ ਹੈ ਜੋ ਮਾਇਆ ਨਾਲ ਲਪਟਿਆ ਹੋਇਆ ਹੈ। ਸੁਖ ਨਾਹੀ ਬਿਨ ਨਾਮ ਧਿਆਏ। ਇਹ ਭਾਈ ਨਾਮ ਧਿਆਉਣ ਤੋਂ ਬਿਨਾਂ ਕਿਸੇ ਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ। ਸੁੱਖ ਨਹੀਂ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ। ਨਾਮ ਨਿਧਾਨ ਵੱਡ ਭਾਗੀ ਪਾਏ। ਤੇ ਨਾਮ ਦਾ ਨਿਧਾਨ ਖਜ਼ਾਨਾ ਜਿਹੜਾ ਹੈ ਵੱਡਿਆਂ ਭਾਗਾਂ ਵਾਲਾ ਹੀ ਪਾਉਂਦਾ ਹੈ ਭਾਈ। ਜਿਹਦੇ ਵੱਡੇ ਭਾਗ ਹੋਣ ਉਸ ਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਜੇ ਭਾਗ ਨਾ ਸਾਥ ਦੇਣ ਤੇ ਸਾਧ ਸੰਗਤ ਜੀ ਭਾਵੇਂ ਇਹ ਗੁਰੂ ਘਰ ਦੇ ਨੇੜੇ ਹੀ ਰਹਿੰਦਾ ਹੋਵੇ ਫਿਰ ਵੀ ਖਾਲੀ ਰਹਿ ਜਾਂਦਾ। ਭਾਗਾਂ ਤੋਂ ਹੀਣਾ ਗੁਰੂ ਘਰ ਦੇ ਵਿੱਚ ਰਹਿੰਦਾ ਹੋਇਆ ਵੀ ਖਾਲੀ ਰਹਿ ਜਾਂਦਾ ਹੈ, ਤੇ ਗੁਰੂ ਘਰ ਦੀ ਕੰਧ ਨਾਲ ਕੰਧ ਭਾਵੇਂ ਸਾਂਝੀ ਹੋਵੇ ਤੇ ਤਾਂ ਵੀ ਖਾਲੀ ਰਹਿ ਜਾਂਦਾ। ਅੱਜ ਆਪਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੂਸਰੇ ਪਾਤਸ਼ਾਹੀ ਦਾ ਗੁਰਤਾ ਗੱਦੀ ਗੁਰਪੁਰਬ ਮਨਾ ਰਹੇ ਹਾਂ। ਸ੍ਰੀ ਖਡੂਰ ਸਾਹਿਬ ਸਤਿਗੁਰੂ ਸਾਹਿਬ ਜੀ ਦੇ ਘਰ ਦੇ ਨਾਲ ਕੰਧ ਸਾਂਝੀ ਸੀ ਮਲੂਕੇ ਚੌਧਰੀ ਦੀ, ਤੇ ਉਹਨੇ ਰੋਜ਼ ਵੇਖਣਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਨਵੇਂ ਪ੍ਰੇਮੀ ਵੀ ਆਉਂਦੇ ਸੀ ਮਹਾਰਾਜ ਸਾਹਿਬ ਜੀ ਤੋਂ ਸਿੱਖੀ ਪ੍ਰਾਪਤ ਕਰਨ ਵਾਸਤੇ। ਗੁਰੂ ਜੀ ਦੀ ਚਰਨ ਪੌਲ ਲੈਂਦੇ, ਸਿੱਖੀ ਪ੍ਰਾਪਤ ਕਰਦੇ, ਨਾਮ ਬਾਣੀ ਨਾਲ ਜੁੜਦੇ। ਤੇ ਪੁਰਾਣੀ ਸੰਗਤ ਵੀ ਆਉਂਦੀ ਸੀ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਸਿੱਖੀ ਪ੍ਰਾਪਤ ਕੀਤੀ ਨਾ, ਕਰਤਾਰਪੁਰ ਸਾਹਿਬ ਜਾ ਕੇ ਜਾਂ ਸੁਲਤਾਨਪੁਰ ਸਾਹਿਬ ਇੱਥੇ ਜਦੋਂ ਮਹਾਰਾਜ ਰਹੇ ਇੱਥੇ ਸਿੱਖੀ ਪ੍ਰਾਪਤ ਕੀਤੀ, ਜਾਂ ਜਦੋਂ ਗੁਰੂ ਸਾਹਿਬ ਜੀ ਵਿਚਰੇ ਚੌਹਾਂ ਚੱਕਾਂ ਦੇ ਵਿੱਚ, ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ, ਸੱਚਾ ਢੋਆ, ਸਾਰੀ ਸ੍ਰਿਸ਼ਟੀ ਵਿੱਚ ਵਿਚਰੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਉਹ ਸਾਰੇ 4 ਛਪੇਰੇ ਦੇ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਫਿਰ ਦੂਸਰੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਆਇਆ ਕਰਦੇ। ਖਡੂਰ ਸਾਹਿਬ ਹੁਣ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿੱਖੀ ਸਾਰੇ ਥਾਵਾਂ ਤੇ, ਕਿਉਂਕਿ ਮਹਾਰਾਜ ਸਾਰੇ ਥਾਵਾਂ ਤੇ ਗਏ। ਗੜ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭ ਨਿਵਾਇਆ। ਸਿੱਧ 84 ਮੰਡਲੀ, ਖੜ ਦਰਸ਼ਨ ਪਾਖੰਡ ਜਿਨ ਆਇਆ। ਪਾਤਾਲਾਂ ਆਕਾਸ਼ ਲਖ ਜਿੱਤੀ, ਧਰਤੀ ਜਗਤ ਸਬਾਇਆ। ਜਿੱਤੀ ਨਵਖੰਡ ਮੇਦਨੀ, ਸਤਨਾਮ ਦਾ ਚੱਕਰ ਫਿਰਾਇਆ। ਦੇਵ ਦਾਨੋ ਰਾਖਸ਼ ਦੈਂਤ, ਸਭ ਚਿੱਤ ਗੁਪਤ ਸਭ ਚਰਨੀ ਲਾਇਆ। ਇੰਦਰਾਸਣ ਅਪਸ਼ਰਾਂ, ਰਾਗ ਰਾਗਣੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ। ਮਹਾਰਾਜ 4 ਚੱਕਾਂ ਵਿੱਚ ਵਿਚਰੇ। ਇਸ ਕਰਕੇ ਗੁਰੂ ਸਾਹਿਬ ਜੀ ਦੀ ਸਿੱਖੀ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ, ਹਰ ਦੇਸ਼ ਵਿੱਚ, ਉਹ ਸਾਰੇ ਸਿੱਖ ਖਡੂਰ ਸਾਹਿਬ ਫਿਰ ਆਉਂਦੇ ਆ ਦੂਸਰੇ ਪਾਤਸ਼ਾਹੀ ਦੇ ਦਰਸ਼ਨ ਕਰਨ ਵਾਸਤੇ। ਕੁਝ ਨਵੇਂ ਵੀ ਆਉਂਦੇ ਸਿੱਖੀ ਪ੍ਰਾਪਤ ਕਰਨ ਵਾਸਤੇ। ਹਰ ਰੋਜ਼ ਸੰਗਤਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ, ਆਵਾਜਾਈ ਬਣੀ ਰਹਿੰਦੀ, ਲਾਈਨਾਂ ਲੱਗੀਆਂ ਰਹਿੰਦੀਆਂ। ਇਹ ਮਲੂਕਾ ਚੌਧਰੀ ਜਿਹੜਾ, ਇਹਦੀ ਕੰਧ ਸਾਂਝੀ ਸੀ ਮਹਾਰਾਜ ਸਾਹਿਬ ਜੀ ਦੇ ਨਾਲ, ਗੁਰੂ ਘਰ ਦੇ ਨਾਲ। ਮੱਲ ਅਖਾੜਾ ਅਸਥਾਨ ਹੈ ਜੋ ਮਹਾਰਾਜ ਸਾਹਿਬ ਜੀ ਦਾ ਘਰ ਵਾਲਾ ਅਸਥਾਨ, ਉਹਦੇ ਨਾਲ ਹੀ ਇਹਦਾ ਘਰ ਸੀ। ਇਹਦਾ ਚਵਾਰਾ ਪਿਆ ਹੋਇਆ ਸੀ।
ਚਵਾਰੇ 'ਚ ਚੜ੍ਹ ਕੇ ਉੱਤੋਂ ਨਾ ਬਾਰੀ ਖੋਲ ਕੇ ਤੇ ਵੇਂਦਾ ਰਹਿੰਦਾ ਸੀ ਗੁਰੂ ਘਰ ਵਿੱਚ, ਜਦੋਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ। ਇਹ ਵੀ ਗੁਰੂ ਸਾਹਿਬ ਜੀ ਦੇ ਉੱਤੋਂ ਦਰਸ਼ਨ ਕਰ ਲੈਂਦਾ। ਇਹ ਸ਼ਰਾਬ ਪੀਣ ਦਾ ਆਦੀ ਸੀ, ਰੋਜ਼ ਸ਼ਰਾਬ ਪੀਂਦਾ ਹੁੰਦਾ ਸੀ। ਮਲੂਕਾ ਚੌਧਰੀ ਪਿੰਡ ਦਾ ਚੌਧਰੀ ਸੀ ਇਹ, ਖਡੂਰ ਸਾਹਿਬ ਦਾ। ਸ਼ਰਾਬ ਰੋਜ਼ ਇਹਨੇ ਪੀਣੀ। ਇੱਕ ਦਿਨ ਇਹਦੇ ਮਨ ਵਿੱਚ ਵੀ ਭਾਵਨਾ ਪੈਦਾ ਹੋਈ। ਇਹਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਸਾਧ ਸੰਗਤ, ਤੇ ਉਹ ਜਦੋਂ ਮਿਰਗੀ ਪੈਂਦੀ ਸੀ ਤੇ ਉਦੋਂ ਫਿਰ ਮਿਰਗੀ ਦਾ ਦੌਰਾ ਇੱਕੇ ਵਾਰੀ ਇਹਨੂੰ ਬੇਹੋਸ਼ ਜਿਹਾ ਕਰ ਦਿੰਦਾ ਸੀ, ਮੂੰਹ ਚੋਂ ਝੱਗ ਵਗਦੀ। ਜਿਹਨੂੰ ਮਿਰਗੀ ਦਾ ਦੌਰਾ ਪੈਂਦਾ ਹੈ, ਕੁਝ ਕੁ ਸਮੇਂ ਵਾਸਤੇ ਤਾਂ ਉਹ ਬੇਹੋਸ਼ ਜਿਹਾ ਹੋ ਕੇ ਡਿੱਗ ਪੈਂਦਾ, ਥੋੜੇ ਸਮੇਂ ਬਾਅਦ ਫਿਰ ਠੀਕ ਜਿਹਾ ਹੋ ਜਾਂਦਾ। ਇਹਨੂੰ ਮਿਰਗੀ ਦਾ ਦੌਰਾ ਪਿਆ ਕਰਦਾ ਸੀ। ਇਹਨੇ ਬੜਾ ਇਲਾਜ ਕਰਾਇਆ ਪਰ ਠੀਕ ਨਾ ਹੋਇਆ। ਇੱਕ ਦਿਨ ਮਹਾਰਾਜ ਸਾਹਿਬ ਜੀ ਦੇ ਪਾਸ ਇਹ ਗਿਆ। ਇਹਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬੇਨਤੀ ਕੀਤੀ। ਕਹਿਣ ਲੱਗਾ, ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈ ਜਾਂਦਾ ਹੈ ਤੇ ਮੈਂ ਆਪ ਜੀ ਦੀ ਸੋਭਾ ਰੋਜ਼ ਵੇਖਦਾ ਵਾਂ। ਦੂਰੋਂ ਦੂਰੋਂ ਸਿੱਖ ਸੰਗਤਾਂ ਆਪ ਜੀ ਦੇ ਦਰਸ਼ਨ ਕਰਕੇ ਜਾਂਦੀਆਂ, ਆਪ ਜੀ ਤੋਂ ਉਪਦੇਸ਼ ਲੈ ਕੇ ਜਾਂਦੀਆਂ, ਤੇ ਮਹਾਰਾਜ ਮੇਰੀ ਤੇ ਕੰਧ ਸਾਂਝੀ ਆ ਤੁਹਾਡੇ ਨਾਲ। ਮੈਂ ਤਾਂ ਤੁਹਾਡਾ ਗੁਆਂਢੀ ਹਾਂ ਤੇ ਮੇਰੇ ਤੇ ਵੀ ਕਿਰਪਾ ਕਰੋ। ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਕਹਿਣ ਲੱਗੇ ਕਿ ਚੌਧਰੀ ਸਾਹਿਬ, ਤੁਸੀਂ ਸ਼ਰਾਬ ਪੀਂਦੇ ਹੋ, ਸ਼ਰਾਬ ਛੱਡ ਦਿਓ ਤੇ ਮਿਰਗੀ ਹਟ ਜਾਵੇਗੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਰਪਾ ਕਰਨਗੇ, ਤੁਸੀਂ ਸ਼ਰਾਬ ਛੱਡ ਦਿਓ ਤੇ ਮਿਰਗੀ ਤੁਹਾਡੀ ਹਟ ਜਾਵੇਗੀ। ਇਹਨੇ ਬਚਨ ਮੰਨਿਆ, ਕਹਿੰਦਾ ਜੀ ਅੱਜ ਤੋਂ ਬਾਅਦ ਮੈਂ ਨਹੀਂ ਪੀਂਦਾ। ਸ਼ਰਾਬ ਛੱਡ ਦਿੱਤੀ ਮਲੂਕੇ ਚੌਧਰੀ ਨੇ, ਤੇ ਮਿਰਗੀ ਦਾ ਰੋਗ ਇਹਦਾ ਹਟ ਗਿਆ, ਤੰਦਰੁਸਤ ਹੋ ਗਿਆ। ਕੁਝ ਸਾਲ ਇਸ ਤਰ੍ਹਾਂ ਇਹਨੇ ਵਧੀਆ ਬਤੀਤ ਕੀਤੇ। ਫਿਰ ਮਾੜੀ ਸੰਗਤ ਵਿੱਚ ਮਿਲ ਗਿਆ, ਭਾਗਾਂ ਨੇ ਸਾਥ ਨਾ ਦਿੱਤਾ। ਆਪਾਂ ਗੁਰੂ ਕੀ ਪਵਿੱਤਰ ਪੰਕਤੀ ਦੀ ਵਿਚਾਰ ਕਰ ਰਹੇ ਹਾਂ। ਮਹਾਰਾਜ ਸਾਹਿਬ ਜੀ ਕਹਿੰਦੇ, ਨਾਮ ਨਿਧਾਨ ਪਟ ਭਾਗੀ ਪਾਏ, ਵੀ ਨਾਮ ਦਾ ਖਜ਼ਾਨਾ ਵੱਡਿਆਂ ਭਾਗਾਂ ਵਾਲਾ ਪ੍ਰਾਪਤ ਕਰਦਾ ਹੈ। ਜੇ ਭਾਗ ਨਾ ਸਾਥ ਦੇਣ ਤੇ ਭਾਵੇਂ ਗੁਰੂ ਘਰ ਦੇ ਨਾਲ ਕੰਧ ਸਾਂਝੀ ਹੋਵੇ ਤੇ ਫਿਰ ਵੀ ਬੰਦਾ ਖਾਲੀ ਰਹਿ ਜਾਂਦਾ। ਜਿੰਨਾ ਚਿਰ ਇਹਨਾਂ ਬਚਨ ਮੰਨੀ ਰੱਖਿਆ, ਸ਼ਰਾਬ ਛੱਡ ਦਿੱਤੀ ਤੇ ਮਿਰਗੀ ਦਾ ਰੋਗ ਇਹਦਾ ਹਟ ਗਿਆ। ਭਾਗਾਂ ਨੇ ਸਾਥ ਨਾ ਦਿੱਤਾ ਤੇ ਮਾੜੀ ਬਹਿਣੀ ਵਿੱਚ ਫੇਰ ਬਹਿ ਗਿਆ, ਸੰਗੀਆਂ ਦੇ ਸੰਗ ਵਿੱਚ। ਇਸ ਕਰਕੇ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਸਾਨੂੰ ਵਾਰ-ਵਾਰ ਇਹ ਗੱਲ ਕਹਿੰਦੇ ਆ ਵੀ ਸਤ ਸੰਗਤ ਕਰੋ, ਸਾਧ ਸੰਗਤ ਕਰੋ ਤੇ ਕੁਸੰਗਤ ਤੋਂ ਬਚ ਕੇ ਰਹੋ, ਮਾੜੀ ਸੰਗਤ ਤੋਂ ਬਚ ਕੇ ਰਹੋ। ਜੇ ਨਸ਼ਈਆਂ ਵਿੱਚ ਵਿਸ਼ਈਆਂ ਦੇ ਵਿੱਚ ਬੈਠੋਗੇ ਤੇ ਉਹੋ ਜਿਹਾ ਫਿਰ ਫੁਰਨਾ ਬਣ ਜਾਵੇਗਾ, ਫਿਰ ਦਾਗ ਧੱਬਾ ਲੱਗ ਜਾਵੇਗਾ ਜੀਵਨ ਦੇ ਉੱਤੇ। ਭਾਂਡਾ ਕਾਲਾ ਹੋਵੇ ਤੇ ਫਿਰ ਚਿੱਟੇ ਬਸਤਰਾਂ ਉੱਤੇ ਕੋਈ ਨਾ ਕੋਈ ਦਾਗ ਲਾ ਹੀ ਜਾਂਦਾ ਹੈ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਇਹ ਕੁਸੰਗਤ ਦੇ ਵਿੱਚ ਬੈਠ ਗਿਆ। ਸਾਉਣ ਦਾ ਮਹੀਨਾ ਸੀ, ਨਿੱਕਾ ਨਿੱਕਾ ਮੀਂਹ ਪੈ ਰਿਹਾ ਸੀ। ਉਹ ਜਿਹੜੇ ਪੀਣ ਵਾਲੇ ਸੀ ਸਾਰੇ ਇਹਦੇ ਪੁਰਾਣੇ ਬੇਲੀ, ਉਹਨਾਂ ਨੇ ਆਖਿਆ ਵੀ ਪੀ ਲਾ। ਇਹਨੇ ਫੇਰ ਸ਼ਰਾਬ ਪੀ ਲਈ। ਮਲੂਕੇ ਚੌਧਰੀ ਸ਼ਰਾਬ ਤਾਂ ਪੀ ਲਈ ਤੇ ਫਿਰ ਚੁਬਾਰੇ ਤੇ ਚੜ੍ਹ ਕੇ ਆਪਣੇ ਘਰੇ ਤੇ ਉਹ ਬਾਰੀ ਖੋਲ ਕੇ ਤੇ ਗੁਰੂ ਘਰ ਵੱਲ ਨੂੰ ਵੇਖ ਕੇ ਜਦੋਂ ਸਾਹਮਣੇ ਦਿਸੇ ਨਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਤੇ ਮਹਾਰਾਜ ਨੂੰ ਆਵਾਜ਼ ਮਾਰੀ ਇਹਨੇ ਸ਼ਰਾਬ ਦੇ ਲੋਰ ਦੇ ਵਿੱਚ ਹੀ। ਸ਼ਰਾਬ ਪੀਤੀ ਹੋਈ ਇਹਦੀ। ਕਹਿੰਦਾ, ਤਪਾ ਜੀ ਅੱਜ ਮੀਂਹ ਪੈ ਰਿਹਾ ਸੀ ਨਿੱਕਾ ਨਿੱਕਾ, ਤੇ ਅੱਜ ਨਹੀਂ ਮੇਰੇ ਤੋਂ ਰਿਹਾ ਗਿਆ, ਅੱਜ ਮੈਂ ਪੀ ਲਈ ਆ। ਇੱਕ ਤਾਂ ਸ਼ਰਾਬ ਪੀਣ ਦੀ ਗਲਤੀ ਕੀਤੀ ਤੇ ਦੂਸਰਾ ਮਹਾਰਾਜ ਨੂੰ ਉਤੋਂ ਆਵਾਜ਼ ਮਾਰ ਕੇ ਕਹਿੰਦਾ, ਅੱਜ ਮੈਂ ਪੀ ਲਈ, ਅੱਜ ਨਹੀਂ ਮੇਰੇ ਤੋਂ ਰਿਹਾ ਗਿਆ। ਇਸ ਥੱਲੜੇ ਪਾਸਿਓਂ ਮਹਾਰਾਜ ਦੇ ਮੁਖ ਚੋਂ ਵੀ ਬਚ ਨਿਕਲਿਆ। ਮਹਾਰਾਜ ਕਹਿੰਦੇ, ਚੌਧਰੀਆ ਫਿਰ ਮਿਰਗੀ ਵੀ ਬਚਨਾਂ ਦੀ ਬੱਧੀ ਖਲੋਤੀ ਸੀ, ਮਿਰਗੀ ਵੀ ਆਈ ਲੈ। ਤੇ ਫਿਰ ਮਿਰਗੀ ਦਾ ਦੌਰਾ ਚੌਧਰੀ ਨੂੰ ਪਿਆ, ਤੇ ਉਹ ਮਿਰਗੀ ਦਾ ਦੌਰਾ ਐਸਾ ਪਿਆ, ਉਹ ਆਖਰੀ ਦੌਰਾ ਸੀ, ਉਹਦੇ ਨਾਲ ਮੌਤ ਹੋ ਗਈ ਮਲੂਕੇ ਚੌਧਰੀ।
ਸਾਧ ਸੰਗਤ ਜੀ, ਵੱਡਿਆਂ ਭਾਗਾਂ ਤੋਂ ਬਿਨਾ ਨਾਮ ਦਾ ਖਜ਼ਾਨਾ ਨਹੀਂ ਮਿਲਦਾ। ਭਾਵੇਂ ਗੁਰੂ ਘਰੇ ਜਨਮ ਵੀ ਕਿਉਂ ਨਾ ਹੋ ਜਾਵੇ, ਕੰਧ ਸਾਂਝੀ ਦੀ ਤੇ ਵੱਖਰੀ ਗੱਲ ਹੈ, ਗੁਰੂ ਘਰੇ ਜਨਮ ਹੋਣ ਤੋਂ ਵੀ ਖਾਲੀ ਰਹਿ ਜਾਂਦਾ ਹੈ ਜੇ ਵੱਡੇ ਭਾਗ ਨਾ ਹੋਣ। ਬਾਬੇ ਪ੍ਰਿਥੀ ਚੰਦ ਦਾ ਜੀਵਨ ਆਪਾਂ ਪੜ੍ਹਦੇ ਹਾਂ, ਗੁਰੂ ਕੀ ਸੰਤਾਨ ਹੈ। ਬਾਬੇ ਧੀਰਮਲ ਦਾ ਜੀਵਨ ਆਪਾਂ ਪੜ੍ਹਦੇ ਹਾਂ, ਗੁਰੂ ਹਰਿਰਾਏ ਸਾਹਿਬ ਦਾ ਵੱਡਾ ਭਰਾ ਹੈ, ਬਾਬੇ ਗੁਰਦਿੱਤੇ ਦਾ ਵੱਡਾ ਪੁੱਤਰ ਹੈ ਤੇ 6ਵੇਂ ਪਾਤਸ਼ਾਹ ਦਾ ਪੋਤਰਾ ਹੈ ਬਾਬਾ ਧੀਰਮਲ। ਗੁਰੂ ਘਰੇ ਜਨਮ ਹੋ ਕੇ ਮਹਾਨ ਨਾ ਬਣ ਸਕਿਆ ਜੇ ਭਾਗ ਸਾਥ ਨਾ ਦੇ। ਨਾਮ ਨਿਧਾਨ ਬਟ ਭਾਗੀ ਪਾਏ, ਨਾਮ ਦਾ ਖਜ਼ਾਨਾ ਵੱਡਿਆਂ ਭਾਗਾਂ ਵਾਲਾ ਹੀ ਪਾਉਂਦਾ ਹੈ। ਜਿਨ੍ਹਾਂ ਦੇ ਵੱਡੇ ਭਾਗ, ਉਹ ਸਾਧ ਸੰਗਤ ਜੀ ਇੱਥੋਂ ਆ ਡੱਲੇ ਨਗਰ ਦੇ ਵਿੱਚੋਂ ਭਾਈ ਪਾਰੋ ਜੁਲਕਾ ਜੀ ਜਾਇਆ ਕਰਦੇ ਸੀ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਡੱਲੇ ਨਗਰ ਚੋਂ ਭਾਈ ਪਾਰੋ ਨੇ ਜਾਣਾ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਸਿੱਖੀ ਪ੍ਰਾਪਤ ਕੀਤੀ ਤੇ ਜਿਸ ਭਾਈ ਪਾਰੋ ਜੀ ਨੂੰ ਮਹਾਰਾਜ ਨੇ ਪਰਮਹੰਸ ਕਹਿ ਕੇ ਵਡਿਆਈ ਦਿੱਤੀ ਕਿ ਇਹ ਬ੍ਰਹਮ ਗਿਆਨੀ ਹੈ, ਪਰਮਹੰਸ ਹੈ ਭਾਈ ਪਾਰੋ। ਭਾਈ ਜੀਵਾ ਜੀ, ਜਿਨ੍ਹਾਂ ਨੇ ਮਹਾਰਾਜ ਤੋਂ ਸਿੱਖੀ ਪ੍ਰਾਪਤ ਕੀਤੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਮਹਾਨ ਸੇਵਾ ਕੀਤੀ। ਭਾਈ ਧਿੰਗਾ ਨਾਈ ਜੀ, ਬਾਬਾ ਬੁੱਢਾ ਸਾਹਿਬ ਜੀ ਤੇ ਸੇਵਾਦਾਰਾਂ ਵਿੱਚੋਂ ਜਿਨ੍ਹਾਂ ਨੇ ਮਹਾਨ ਘਾਲਣਾ ਘਾਲੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। 12 ਸਾਲ ਜਿਨ੍ਹਾਂ ਨੇ ਗਾਗਰ ਢੋਈ ਤੇ ਦੂਸਰੇ ਪਾਤਸ਼ਾਹ ਦਾ ਇਸ਼ਨਾਨ ਕਰਵਾਇਆ। ਨਾਮ ਨਿਧਾਨ ਬਟ ਭਾਗੀ ਪਾਏ। 5ਵੇਂ ਪਾਤਸ਼ਾਹ ਕਹਿੰਦੇ ਵੱਡਿਆਂ ਭਾਗਾਂ ਵਾਲੇ ਭਾਈ ਨਾਮ ਦਾ ਖਜ਼ਾਨਾ ਪ੍ਰਾਪਤ ਕਰਦੇ ਆ। ਨਾਮ ਤੋਂ ਬਿਨਾਂ ਸੁੱਖ ਨਹੀਂ ਪ੍ਰਾਪਤ ਹੁੰਦਾ ਜੀਵ ਨੂੰ। ਸੁੱਖ ਨਾਮ ਤੋਂ ਹੀ ਮਿਲਣਾ ਹੈ। ਨਾਮ ਹੀ ਸੁੱਖਾਂ ਦਾ ਦਾਤਾ ਹੈ ਤੇ ਦੁੱਖਾਂ ਨੂੰ ਭੰਨਣ ਵਾਲਾ ਹੈ। ਤੇ ਨਾਮ ਮਿਲਦਾ ਹੈ ਜਿਨ੍ਹਾਂ ਦੇ ਵੱਡੇ ਭਾਗ ਹੋਣ। ਜਿਨ ਧੁਰ ਮਸਤਕ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ। ਹਰ ਲੱਦਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ। ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ। ਸਵਾਂਗੀ ਸਿਓ ਜੋ ਮਨ ਰੀਝਾਵੈ। ਮਹਾਰਾਜ ਕਹਿੰਦੇ ਵੀ ਜਿਹੜਾ ਸਵਾਂਗੀ ਦੇ ਨਾਲ ਆਪਣਾ ਮਨ ਪ੍ਰਸੰਨ ਕਰੀ ਜਾਵੇ, ਸਵਾਂਗ ਨੂੰ ਹੀ ਸੱਚਾ ਮੰਨ ਲਵੇ। ਸਵਾਂਗੀ ਹੁੰਦਾ ਹੈ ਜਿਹਨੇ ਭੇਖ ਧਾਰਨ ਕੀਤਾ ਹੈ। ਜਿਵੇਂ ਨਕਲਾਂ ਲਾਉਣ ਵਾਲੇ ਕੋਈ ਨਾ ਕੋਈ ਸਵਾਂਗ ਰਚ ਲੈਂਦੇ ਆ। ਜਿਵੇਂ ਸਾਧ ਸੰਗਤ ਜੀ ਆ, ਸਾਲ ਬਾਅਦ ਸੋ ਸਵਾਂਗ ਰਚਿਆ ਜਾਂਦਾ ਹੈ ਅਵਤਾਰਾਂ ਦਾ। ਰਾਮਲੀਲਾ ਕੀਤੀ ਜਾਂਦੀ ਹੈ ਤੇ ਕੋਈ ਸਵਾਂਗ ਧਾਰਨ ਕਰਦਾ ਹੈ ਸ੍ਰੀ ਰਾਮ ਜੀ ਦਾ, ਕੋਈ ਲక్ష్మణ ਦਾ, ਕੋਈ ਸੀਤਾ ਦਾ, ਕੋਈ ਹਨੂਮਾਨ ਦਾ, ਕੋਈ ਹੋਰ ਬਾਲੀ ਸੁਗਰੀਵ। ਉਹ ਸੱਚੇ ਤਾਂ ਨਹੀਂ ਹੁੰਦੇ ਹਨ, ਉਹਨਾਂ ਨੇ ਭੇਸ ਬਣਾਇਆ ਹੁੰਦਾ। ਇਸੇ ਤਰ੍ਹਾਂ ਹੋਰ ਜਿਹੜੇ ਨਾਟਕ ਕਰਨ ਵਾਲੇ, ਲੀਲਾ ਕਰਨ ਵਾਲੇ, ਤਮਾਸ਼ਾ ਕਰਨ ਵਾਲੇ, ਉਹ ਕੋਈ ਨਾ ਕੋਈ ਸਵਾਂਗ ਰਚ ਲੈਂਦੇ ਹਨ, ਬਣ ਜਾਂਦੇ ਹਨ। ਤੇ ਜਿਹੜਾ ਉਹਨਾਂ ਨੂੰ ਵੇਖਣ ਵਾਲਾ ਉਹਨਾਂ ਨੂੰ ਸੱਚਾ ਹੀ ਮੰਨ ਲਵੇ ਵੀ ਇਹ ਸੱਚੇ ਆ। ਸਵਾਂਗੀ ਸਿਓ ਜੋ ਮਨ ਰੀਝਾਵੈ, ਜਿਹੜਾ ਆਪਣੇ ਮਨ ਨੂੰ ਪ੍ਰਸੰਨ ਕਰਦਾ ਹੈ ਸਵਾਂਗੀ ਨੂੰ ਵੇਖ ਕੇ, ਭੇਖੀ ਨੂੰ ਵੇਖ ਕੇ। ਸਵਾਗ ਉਤਾਰਿਆ ਫਿਰ ਪਛਤਾਵੈ। ਤੇ ਜਦੋਂ ਉਹ ਸਵਾਂਗੀ ਆਪਣਾ ਸਵਾਂਗ ਉਤਾਰ ਦਿੰਦਾ ਹੈ, ਲਾ ਦਿੰਦਾ ਹੈ, ਫਿਰ ਪਤਾ ਲੱਗਦਾ ਵੀ ਇਹ ਤਾਂ ਆ ਸੀ। ਪਹਿਲਾਂ ਤਾਂ ਇਹਨੇ ਸਵਾਂਗ ਹੀ ਧਾਰਨ ਕੀਤਾ ਹੋਇਆ, ਵਿਖਾਵਾ ਹੀ ਬਣਾਇਆ ਹੋਇਆ ਸੀ, ਭੇਖ ਹੀ ਬਣਾਇਆ ਹੋਇਆ ਸੀ, ਤੇ ਫਿਰ ਪਛਤਾਉਂਦਾ ਹੈ ਵੀ ਮੈਂ ਤਾਂ ਇਹਨੂੰ ਸੱਚਾ ਮੰਨਿਆ ਸੀ, ਇਹ ਤਾਂ ਹੋਰ ਹੀ ਕੁਝ ਨਿਕਲਿਆ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸੰਸਾਰ ਦੀ ਹਾਲਤ ਹੈ। ਜਿਨ੍ਹਾਂ ਪਦਾਰਥਾਂ ਨੂੰ ਇਹ ਸੱਚੇ ਮੰਨੀ ਬੈਠਾ ਨਾ, ਉਹ ਸਵਾਂਗੀ ਦੀ ਤਰ੍ਹਾਂ ਵਾ, ਬਾਜੀਗਰ ਦੇ ਤਮਾਸ਼ੇ ਦੀ ਤਰ੍ਹਾਂ ਹੈ। ਇਹ ਪਰਮੇਸ਼ਰ ਵਾਹਿਗੁਰੂ ਜੀ ਨੇ ਮਾਇਆ ਦਾ ਸਵਾਂਗ ਹੀ ਰਚਿਆ ਹੋਇਆ ਹੈ ਸੰਸਾਰ, ਜਿਹੜਾ ਇਹਦੇ ਵਿੱਚ ਮਨ ਨੂੰ ਪ੍ਰਸੰਨ ਕਰਦਾ ਹੈ। ਜਦੋਂ ਮਾਇਆ ਦਾ ਸਵਾਂਗ ਉਤਰ ਜਾਂਦਾ ਹੈ ਤੇ ਫਿਰ ਪਛਤਾਉਂਦਾ ਹੈ ਵੀ ਇਹ ਤਾਂ ਨਾਸਵਾਨ ਸੀ ਸਾਰਾ ਕੁਝ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸੀ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰਿ ਕੇ ਚਰਨ। ਇਸ ਕਰਕੇ ਜਦੋਂ ਸਵਾਂਗ ਉਤਾਰਿਆ ਜਾਂਦਾ ਹੈ, ਲਾ ਦਿੱਤਾ ਜਾਂਦਾ ਹੈ ਪਹਿਰਾਵਾ, ਤੇ ਫਿਰ ਵੇਖਣ ਵਾਲਾ ਉਹਨੂੰ ਸੱਚਾ ਮੰਨਣ ਵਾਲਾ ਪਛਤਾਉਂਦਾ ਹੈ। ਮੇਘ ਕੀ ਛਾਇਆ ਜੈਸੇ ਬਰਤਨ ਹਾਰ। ਤੇ ਜਿਵੇਂ ਬੱਦਲਾਂ ਦੀ ਛਾਇਆ ਹੈ, ਬੱਦਲ ਦੀ ਛਾਂ ਹੈ, ਉਸ ਨੂੰ ਕੋਈ ਸੱਚਾ ਮੰਨ ਲਵੇ, ਸਦਾ
ਟਿਕੀ ਹੋਈ ਰਹਿਣ ਵਾਲੀ ਮੰਨ ਲਵੇ। ਹੁਣ ਬੱਦਲਾਂ ਦੀ ਛਾਂ ਜਿਹੜੀ ਉਹ ਸਦਾ ਤੇ ਨਹੀਂ ਨਾ ਸਥਿਰ ਰਹਿੰਦੀ, ਸਦਾ ਤੇ ਨਹੀਂ ਟਿਕੀ ਰਹਿੰਦੀ। ਬੱਦਲ ਜਿਹੜੇ ਹਵਾ ਦੇ ਬੁੱਲੇ ਨਾਲ ਗਾਂਹ ਚਲੇ ਜਾਂਦੇ ਤੇ ਛਾਂ ਵੀ ਸਮਾਪਤ ਹੋ ਜਾਂਦੀ। ਇਸ ਕਰਕੇ ਜਿਹੜਾ ਭਾਈ ਮੇਘ ਕੀ ਛਾਇਆ, ਬੱਦਲਾਂ ਦੀ ਛਾਂ ਦੇ ਨਾਲ ਜਿਹੜਾ ਵਰਤਨਹਾਰ ਹੈ, ਜਿਹੜਾ ਬੱਦਲਾਂ ਦੀ ਛਾਂ ਨੂੰ ਸੱਚਾ ਮੰਨੀ ਬੈਠਾ ਹੈ, ਤੈਸੋ ਪਰਪੰਚ ਮੋਹ ਵਿਕਾਰ। ਤੇ ਜਦੋਂ ਬੱਦਲਾਂ ਦੀ ਛਾਂ ਨਾਸ ਹੋ ਜਾਂਦੀ ਹੈ ਤੇ ਫਿਰ ਉਹ ਪਛਤਾਉਂਦਾ ਹੈ। ਮੇਘ ਕੀ ਛਾਇਆ ਸਿਓ ਰੰਗ ਲਾਵੇ, ਉਹ ਬਿਨ ਸਹਿ ਮਨ ਪਛਤਾਵੇ। ਇਸੇ ਤਰ੍ਹਾਂ ਹੀ ਤੈਸੋ ਪਰਪੰਚ, ਜਿਵੇਂ ਬੱਦਲਾਂ ਦੀ ਛਾਂ ਆਸਮਾਨ ਹੈ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸੰਸਾਰ ਪ੍ਰਪੰਚ ਜਿਹੜਾ ਹੈ ਇਹ ਵੀ ਨਾਸਮਾਨ। ਮੋਹ ਵਿਕਾਰ, ਸੰਸਾਰ ਦਾ ਜਿਹੜਾ ਮੋਹ ਹੈ ਤੇ ਵਿਕਾਰ ਇਹ ਵੀ ਝੂਠੇ ਹਨ, ਨਾਸਵਾਨ ਹਨ। ਏਕ ਵਸਤਾ ਜੇ ਪਾਵੈ ਕੋਏ। ਜੇ ਭਾਈ ਇੱਕ ਕੋਈ ਆਤਮਿਕ ਵਸਤੂ ਪ੍ਰਾਪਤ ਕਰ ਲਵੇ ਗੁਰੂ ਕੀ ਸ਼ਰਨ ਵਿੱਚ ਪੈ ਕੇ, ਜੇ ਭਾਈ ਗੁਰੂ ਕੀ ਸ਼ਰਨ ਵਿੱਚ ਪੈ ਕੇ ਇੱਕ ਨਾਮ ਰੂਪੀ ਵਸਤੂ ਕੋਈ ਪਾ ਲੈਂਦਾ ਹੈ ਭਾਗਾਂ ਵਾਲਾ, ਪੂਰਨ ਕਾਜ ਤਾਹੀ ਕਾ ਹੋਏ। ਉਸ ਦਾ ਫਿਰ ਜੀਵਨ ਦਾ ਜਿਹੜਾ ਕਾਰਜ ਹੈ ਨਾ ਉਹ ਪੂਰਾ ਹੋ ਜਾਂਦਾ ਹੈ। ਭਾਵ ਜਿਸ ਮਕਸਦ ਵਾਸਤੇ, ਜਿਸ ਮਨੋਰਥ ਵਾਸਤੇ ਇਹ ਮਨੁੱਖਾ ਜਨਮ ਪ੍ਰਾਪਤ ਕੀਤਾ, ਉਹ ਕਾਰਜ ਪੂਰਾ ਹੋ ਜਾਂਦਾ ਉਹਦਾ। ਜਿਹੜਾ ਇੱਕ ਨਾਮ ਰੂਪੀ ਵਸਤੂ ਗੁਰੂ ਸਾਹਿਬ ਜੀ ਦੇ ਪਾਸੋਂ ਕੋਈ ਪ੍ਰਾਪਤ ਕਰ ਲੈਂਦਾ, ਕਿਉਂਕਿ ਮਨੁੱਖਾ ਦੇਹ ਦਾ ਜਿਹੜਾ ਕਾਰਜ ਹੈ ਉਹ ਇੱਕੋ ਹੀ ਹੈ। ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਕੇ ਨਾਮ ਦੀ ਪ੍ਰਾਪਤੀ ਕਰਕੇ ਨਾਮ ਜਪਣਾ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਭੇਦ ਹੋਣਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਾਜ। ਕੇਵਲ ਨਾਮ, ਕੇਵਲ ਨਾਮ ਦਾ ਭਜਨ। ਪੂਰਨ ਕਾਜ ਤਾਹੀ ਕਾ ਹੋਏ, ਉਸ ਜੀਵ ਦਾ ਜੀਵਨ ਦੀ ਸਫਲਤਾ ਦਾ ਕਾਰਜ ਪੂਰਾ ਹੋ ਜਾਂਦਾ ਹੈ। ਗੁਰ ਪ੍ਰਸਾਦ ਜਿਨ ਪਾਇਆ ਨਾਮ। ਸਾਰੀ ਦਾਤ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਉੱਤੇ ਗੁਰ ਪ੍ਰਸਾਦ ਹੋਵੇ। ਪ੍ਰਸਾਦ ਨਾਮ ਕਿਰਪਾ ਦਾ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਸ ਨੇ ਨਾਮ ਦੀ ਪ੍ਰਾਪਤੀ ਕੀਤੀ ਹੈ, ਨਾਨਕ ਆਇਆ ਸੋ ਪਰਵਾਨ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਸੰਸਾਰ ਵਿੱਚ ਆਇਆ ਹੋਇਆ ਉਹ ਜੀਵ ਪ੍ਰਵਾਨ ਹੈ ਜਿਸ ਉੱਤੇ ਗੁਰੂ ਕੀ ਕਿਰਪਾ ਹੋਈ, ਜਿਸ ਨੇ ਗੁਰੂ ਕੀ ਕਿਰਪਾ ਦਾ ਪਾਤਰ ਬਣ ਕੇ ਨਾਮ ਦੀ ਪ੍ਰਾਪਤੀ ਕੀਤੀ, ਨਾਮ ਜਪਿਆ, ਉਹਦਾ ਆਉਣਾ ਸੰਸਾਰ ਵਿੱਚ ਪ੍ਰਮਾਣ ਨੀਕ ਹੈ, ਸਫਲਾ ਹੈ। ਆਇਆ ਸਫਲਤਾਹੂ ਕਉ ਗਨੀਐ, ਜਾਸ ਰਸਨ ਹਰ ਹਰ ਜਸ ਭਣੀਐ। ਆਏ ਬਸਹਿ ਸਾਧੂ ਕੈ ਸੰਗੇ, ਅਣਦਿਨ ਨਾਮ ਧਿਆਵਹਿ ਰੰਗੇ। ਮਾਰੇ ਕਹਿੰਦੇ ਦੂਸਰੇ ਦਾ ਆਉਣਾ ਸੰਸਾਰ ਵਿੱਚ ਸਫਲਾ ਨਹੀਂ ਹੈ। ਜੇ ਨਾਮ ਨਹੀਂ ਜਪਿਆ, ਜੇ ਗੁਰੂ ਵਾਲਾ ਨਹੀਂ ਬਣਿਆ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਾ ਕੇ ਆਏ RAM ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਸਫਲਾ ਉਹਨਾਂ ਦਾ ਹੈ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿੱਤ ਲਾਇਆ। ਜਿਨ੍ਹਾਂ ਨੇ ਭਾਈ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ, ਗੁਰੂ ਕੇ ਉਪਦੇਸ਼ ਨਾਲ ਆਪਣਾ ਚਿੱਤ ਜੋੜਿਆ ਹੈ, ਜਿਨ੍ਹਾਂ ਨੇ ਨਾਮ ਪ੍ਰਾਪਤ ਕੀਤਾ ਹੈ, ਉਹਨਾਂ ਦਾ ਹੀ ਆਉਣਾ ਸੰਸਾਰ ਤੇ ਸਫਲਾ ਹੈ, ਉਹਨਾਂ ਦਾ ਹੀ ਰਹਿਣਾ ਸਫਲਾ ਹੈ, ਉਹਨਾਂ ਦਾ ਹੀ ਜਾਣਾ ਸਫਲਾ ਹੈ। ਤੋ ਸਤਿਗੁਰੂ ਜੀ ਨੇ ਭੈਰੋ ਰਾਗ ਦੇ 5ਵੇਂ ਪਾਤਸ਼ਾਹੀ ਦੀ ਰਸਨਾ ਦੇ ਇਹ 33ਵੇਂ ਸ਼ਬਦ ਦੀ ਪਾਵਨ ਵਿਚਾਰ ਸਾਧ ਸੰਗਤ ਜੀ 1145 ਅੰਕ ਤੇ ਮਹਾਰਾਜ ਜੀ ਨੇ ਕਿਰਪਾ ਕੀਤੀ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਦੇਹੋ ਸੱਜਣ ਆਸੀਸ ਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਗੁਰ ਪ੍ਰਸਾਦ ਜਿਨ ਪਾਇਆ ਨਾਮ, ਨਾਨਕ ਆਇਆ ਸੋ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।